हाँ जी प्यारे बच्चों, सब तो पहला ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲ ਕਰਾਂਗੇ ਇੱਕ ਜਿਹੜਾ ਕਵਰ ਲੈਟਰ ਹੈ ਕਿਸ ਤਰ੍ਹਾਂ ਲਿਖਿਆ ਜਾਂਦਾ ਹੈਗਾ, ਕਿਉਂ ਲਿਖਿਆ ਜਾਂਦਾ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਮੰਨ ਲਓ ਆਪਾਂ ਪੜ੍ਹਾਈ ਕਰ ਰਹੇ ਹਾਂਗੇ, ਕਿਉਂ ਕਰ ਰਹੇ ਹਾਂ ਪੜ੍ਹਾਈ ਜੀ? ਇੱਕ ਚੰਗੀ ਨੌਕਰੀ ਦੇ ਲਈ ਆਪਾਂ ਕਰਦੇ ਹਾਂ, ਪੜ੍ਹਾਈ ਕਰਦੇ ਹਾਂ, ਪੜ੍ਹਦੇ ਹਾਂ। ਤਾਂ ਮੰਨ ਲਓ ਤੁਸੀਂ ਇੱਕ ਗ੍ਰੈਜੂਏਟ ਸਟੂਡੈਂਟ ਹੋ, ਠੀਕ ਹੈ ਜੀ, ਜਾਂ ਪੋਸਟ ਗ੍ਰੈਜੂਏਟ ਸਟੂਡੈਂਟ ਹੋ। ਤਾਂ ਤੁਸੀਂ ਹੁਣ ਇੱਕ ਜੋਬ ਨੂੰ ਠੀਕ ਆ ਫਾਈਂਡ ਆਊਟ ਕਰਨ ਦੇ ਲਈ ਉਤਸ਼ਾਹਿਤ ਹੋ, ਜਿਵੇਂ ਉਤਸੁਕ ਹੋ, ਠੀਕ ਹੈ। ਤਾਂ ਕੁਝ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਜਾਂ ਕੁਝ ਹੋਰ ਕੰਪਨੀਜ਼ ਕਿ ਜੋਬ ਪ੍ਰੋਵਾਈਡ ਕਰਦੀਆਂ ਨੇ, ਆਪਾਂ ਜਿਹੜੀਆਂ ਨੌਕਰੀਆਂ ਦੀਆਂ ਨੇ ਦਿੰਦੀਆਂ ਨੇ। ਤਾਂ ਉਹ ਜਿਹੜੀਆਂ ਨੌਕਰੀਆਂ ਦਿੰਦੀਆਂ ਨੇ ਉਹਨਾਂ ਦੀ ਜਿਹੜੀ ਸੂਚਨਾ ਹੈਗੀ ਆਪਾਂ ਨੂੰ ਵੱਖ-ਵੱਖ ਜਿਹੜੀ ਆਪਣੇ ਵੱਖ-ਵੱਖ ਵਿਗਿਆਪਨਾਂ ਰਾਹੀਂ ਪਤਾ ਲੱਗਦਾ ਹੈਗਾ। ਜਿਵੇਂ ਕੋਈ ਮੀਡੀਆ ਰਾਹੀਂ ਦੇ ਦਿੰਦਾ, ਠੀਕ ਹੈ, ਕੋਈ ਨਿਊਜ਼ਪੇਪਰ ਰਾਹੀਂ ਦਿੰਦਾ ਹੈਗਾ, ਠੀਕ ਹੈ ਜੀ। ਕੋਈ ਆਪਾਂ ਨੂੰ ਆਨਲਾਈਨ ਸ਼ੇਅਰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਦਾ ਸੋਸ਼ਲ ਮੀਡੀਆ ਰਾਹੀਂ, ਠੀਕ ਹੈ ਜੀ। ਜਾਂ ਕੋਈ ਟੀਵੀ ਚੈਨਲ ਆਪਣੇ ਉੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹਾਂਜੀ ਵੈਕੈਂਸੀਜ਼ ਆ ਰਹੀਆਂ ਨੇ। ਤਾਂ ਉਸ ਚੀਜ਼ ਦੇ ਲਈ ਆਪਾਂ ਇੱਕ ਫਾਰਮ ਅਪਲਾਈ ਕਰ ਦਿਆਂਗੇ, ਠੀਕ ਹੈ ਜੀ। ਜਾਂ ਆਪਾਂ ਨੂੰ ਰਿਜ਼ਿਊਮੇ ਹੁੰਦੇ ਨੇ, ਇੱਕ ਆਪਣਾ ਬਾਇਓਡਾਟਾ, ਠੀਕ ਹੈ, ਉਹ ਆਪਾਂ ਨੇ ਕੀ ਹੈ ਭੇਜਣਾ ਹੁੰਦਾ ਹੈਗਾ, ਜਾਂ ਆਪਾਂ ਨੇ ਲੈ ਕੇ ਜਾਣਾ ਹੁੰਦਾ ਡਿਊਰਿੰਗ ਇੰਟਰਵਿਊ ਵੀ ਹੋ ਸਕਦਾ ਤੁਹਾਡਾ, ਠੀਕ ਹੈ। ਜਾਂ ਉਸ ਤੋਂ ਪਹਿਲਾਂ ਸ਼ੋਰਟ ਲਿਸਟ ਕਰਨਾ ਹੋਵੇ ਕਿਸੇ ਕੰਪਨੀ ਨੇ ਤਾਂ ਵੀ ਤੁਹਾਨੂੰ ਇੱਕ ਰਿਜ਼ਿਊਮ ਸੈਂਡ ਕਰਨਾ। ਤਾਂ ਉਸ ਤੋਂ ਪਹਿਲਾਂ ਤੁਹਾਨੂੰ ਉਸ ਦੇ ਨਾਲ ਇੱਕ ਕਵਰ ਲੈਟਰ ਕੀ ਦੇਣਾ ਪੈਂਦਾ ਹੈ ਕਿ ਜਿਹੜੀ ਤੁਸੀਂ ਰਿਜ਼ਿਊਮ ਹੈ ਜਾਂ ਕੋਈ ਪੋਸਟ ਅਪਲਾਈ ਕਰ ਰਹੇ ਹੋ ਕਿਸ ਦੇ ਸੰਬੰਧ ਵਿੱਚ ਕਰ ਰਹੇ ਹੋ, ਠੀਕ ਹੈ ਜੀ। ਤਾਂ ਤੁਹਾਨੂੰ ਕਵਰ ਲੈਟਰ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਰਿਜ਼ਿਊਮ, ਠੀਕ ਹੈ। ਤਾਂ ਕਹਿੰਦੇ ਜੀ ਸਰੋਜਨੀ ਨਗਰ ਦੇ ਵੈਲਕਮ ਟਰੈਵਲ ਦੁਆਰਾ ਦਿੱਤੇ ਇਸ਼ਤਿਹਾਰ ਦੇ ਜਵਾਬ ਵਿੱਚ ਅਰਜੁਨ ਨਗਰ ਦੇ ਮਿਸਟਰ ਏ ਦੁਆਰਾ ਲਿਖਿਆ ਗਿਆ ਇੱਕ ਕਵਰ ਲੈਟਰ ਕੀ ਹੈ ਹੇਠ ਹੈ, ਠੀਕ ਹੈ। ਉਸ ਵਿੱਚ ਕੁਝ ਮਿਸਟੇਕਸ ਨਹੀਂ ਹੈ, ਉਹ ਵੀ ਚੈੱਕ ਕਰਾਂਗੇ ਆਪਾਂ। ਤਾਂ ਸਭ ਤੋਂ ਪਹਿਲਾਂ ਕਿ ਜਿਸ ਦੁਆਰਾ ਠੀਕ ਹੈ ਕਵਰ ਲੈਟਰ ਲਿਖਿਆ ਗਿਆ ਹੈਗਾ, ਠੀਕ ਹੈ, ਉਸ ਦਾ ਨਾਮ, ਉਸ ਦਾ ਈਮੇਲ ਐਡਰੈਸ, ਉਸ ਦਾ ਫੋਨ ਨੰਬਰ, ਠੀਕ ਹੈ। ਜਿਵੇਂ ਅਰਜੁਨ ਨਗਰ, ਠੀਕ ਹੈ, ਈਮੇਲ ਐਡਰੈਸ ਉਸ ਦਾ ਜਿਹੜੀ ਆਈਡੀ ਪਾਈ ਹੈ @hotmail.com, ਫੋਨ ਨੰਬਰ ਤੇ ਤਰੀਕ ਕਿਸ ਤਰੀਕ ਹੈ, ਠੀਕ ਹੈ, ਡੇਟ ਲਿਖਣੀ। ਉਸ ਤੋਂ ਬਾਅਦ ਇੱਕ ਸਬਜੈਕਟ ਕੀ ਹੈ, ਉਹਦਾ ਵਿਸ਼ਾ ਕੀ ਹੈ ਜਿਹੜਾ ਕਵਰ ਲੈਟਰ ਲਿਖ ਰਹੇ ਹੋਗੇ, ਕਿਉਂਕਿ ਜਿਹੜੇ ਉੱਥੇ ਕੋਈ ਵੀ ਜਿਹੜੇ ਪਰਸਨ ਨੇ ਆਪਣੇ ਚੈੱਕ ਕਰਨਗੇ ਤੁਹਾਨੂੰ, ਇੰਟਰਵਿਊਅਰ ਬੈਠਾ ਹੈਗਾ, ਉਹ ਤੁਹਾਡੀ ਸਾਰੀ ਐਪਲੀਕੇਸ਼ਨ ਨਹੀਂ ਰੀਡ ਕਰਦਾ ਹੁੰਦਾ, ਉਹ ਇਕੱਲਾ ਤੁਹਾਡਾ ਸਬਜੈਕਟ ਹੀ ਕੀ ਹੈ ਚੈੱਕ ਕਰਦਾ ਕਿ ਕਿਸ ਸੰਬੰਧ ਦੇ ਵਿੱਚ ਇਹ ਚੀਜ਼ ਸਾਨੂੰ ਆ ਰਹੀ ਮਿਲੀ ਹੈ, ਜਾਂ ਕੋਈ ਲੈਟਰ ਹੈਗਾ ਜੋ ਵੀ ਆਪਾਂ ਨੂੰ ਐਪਲੀਕੇਸ਼ਨ ਹੈ ਕਿਸ ਦੇ ਸੰਬੰਧ ਵਿੱਚ ਹੈ, ਠੀਕ ਹੈ। ਆਪਾਂ ਉਸਦੇ ਵਿਚਲਾ ਜਿਹੜਾ ਮੈਟਰ ਬਾਅਦ ਵਿੱਚ ਚੈੱਕ ਕਰਦੇ ਹਾਂ, ਪਹਿਲਾਂ ਆਪਾਂ ਵਿਸ਼ਾ, ਜੇ ਆਪਾਂ ਨੂੰ ਵਿਸ਼ਾ ਆਪਣੇ ਅਕੋਰਡਿੰਗ ਹੈ, ਠੀਕ ਹੈ, ਤਾਂ ਹੀ ਆਪਾਂ ਅੱਗੇ ਉਹਨੂੰ ਫਰਦਰ ਕੀ ਹੈ ਰੀਡ ਆਊਟ ਕਰਾਂਗੇ। ਅਦਰਵਾਈਜ਼ ਕਿ ਉਹਨੂੰ ਅਗਲੇ ਨੂੰ ਆਪਾਂ ਜਵਾਬ ਦੇ ਦਿੰਦੇ ਹਾਂ ਜਾਂ ਕੋਈ ਰਿਫਿਊਜ਼ ਕਰ ਦਿੰਦੇ, ਉਹਨੂੰ ਰਿਜੈਕਟ ਕਰ ਦਿੰਦੇ। ਤਾਂ ਸਬਜੈਕਟ ਦਿੱਤਾ ਜੀ ਐਪਲੀਕੇਸ਼ਨ ਫॉर द पोस्ट ऑफ सेल्स एग्जीक्यूटिव, ਜਿਹੜੀ ਐਪਲੀਕੇਸ਼ਨ ਦੇ ਰਿਹਾ ਮੈਂ ਕਿਹਦੇ ਵਾਸਤੇ ਦੇ ਰਿਹਾ, ਇੱਕ ਪੋਸਟ ਆਏਗੀ, ਵੈਕੈਂਸੀ ਹੈ, ਕਿਹਦੀ ਹੈ ਉਹ ਸੇਲਜ਼ ਐਗਜ਼ੀਕਿਊਟਿਵ, ਠੀਕ ਹੈ, ਸੇਲਜ਼ ਪਰਸਨ ਦੀ। ਕਿਹਨੂੰ ਦੇ ਰਹੇ ਆਪਾਂ ਵੈਲਕਮ ਟਰੈਵਲਸ ਦਾ HR ਮੈਨੇਜਰ, ਜਿਹੜਾ HR ਉੱਥੋਂ ਦਾ ਮੇਨ HR ਕੰਡਕਟ ਕਰ ਦਿੰਦਾ ਹਰ ਇੱਕ ਚੀਜ਼ ਜਿਹੜੀ ਇੰਟਰਵਿਊ ਵਗੈਰਾ, ਠੀਕ ਹੈ। ਹਿਊਮਨ ਰਿਸੋਰਸ ਜਿਹੜਾ ਮੈਨੇਜਰ ਹੈ ਉਹਨਾਂ ਦਾ ਕਿੱਥੋਂ ਦਾ ਜੀ, ਉਹ ਇੱਕ ਸਰੋਜਨੀ ਨਗਰ ਦੇ, ਠੀਕ ਹੈ ਜੀ। ਉਹਦੀ ਏਜੰਸੀ ਦਾ ਨਾਮ ਕੀ ਸੀ, ਵੈਲਕਮ ਟਰੈਵਲਸ। HR ਮੈਨੇਜਰ ਨੂੰ ਦੇ ਰਹੇ ਸੀ ਆਪਾਂ, ਕਿੱਥੋਂ ਦਾ ਸੀ ਉਹ, ਸਰੋਜਨੀ ਨਗਰ। ਤਾਂ ਆਪਾਂ ਡੀਅਰ ਸਰ ਜਾਂ ਡੀਅਰ ਮੈਮ, ਠੀਕ ਹੈ, ਲਿਖ ਸਕਦੇ ਹਾਂ। ਉਸ ਤੋਂ ਬਾਅਦ ਦਿੱਤਾ ਇਹਨਾਂ ਨੇ ਜੀ ਵਿਦ ਦਾ ਰੈਫਰੈਂਸ, ਰੈਫਰੈਂਸ ਮਤਲਬ ਕਿਸੇ ਦਾ ਆਪਾਂ ਰੈਫਰੈਂਸ ਲੈ ਕੇ ਚੱਲਾਂਗੇ ਉਹਨੂੰ, ਠੀਕ ਹੈ। ਜੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਦਿੱਤਾ, ਕੋਈ ਨਿਊਜ਼ਪੇਪਰ ਦੇ ਰਾਹੀਂ ਦਿੱਤਾ ਹੈ, ਠੀਕ ਹੈ, ਜਾਂ ਕੋਈ ਡਾਇਰੈਕਟਲੀ ਆਪਾਂ ਕਹਤਾ ਵਿਦ ਰੈਫਰੈਂਸ ਟੂ ਯੋਰ ਐਡਵਰਟਾਈਜ਼ਮੈਂਟ, ਜਿਹੜੀ ਤੁਸੀਂ ਇਸ਼ਤਿਹਾਰ ਦਿੱਤਾ ਹੈਗਾ ਕਿੱਥੇ ਦਿੱਤਾ ਜੀ, ਇਨ ਟਾਈਮਸ ਐਕਸੈਂਟ, ਡੇਟ 21 ਤਰੀਕ ਨੂੰ 2008, ਠੀਕ ਹੈ ਜੀ। ਉਸ ਦੇ ਵਿਸ਼ੇ ਦੇ ਵਿੱਚ ਮੈਂ ਆਈ ਵਿਸ਼ ਟੂ ਅਪਲਾਈ ਫॉर ਦਾ ਪੋਸਟ ਅੰਡਰ ਕੰਸਰਨ, ਉਸ ਦੇ ਸੰਬੰਧ ਦੇ ਵਿੱਚ ਕਿ ਮੈਂ ਮੇਰੀ ਇੱਛਾ ਕਿ ਇਸ ਨੂੰ ਅਪਲਾਈ ਕਰਨ ਦੇ ਲਈ, ਠੀਕ ਹੈ। ਉਸ ਤੋਂ ਉਹਨੇ ਆਪਣੇ ਬਾਰੇ ਦੱਸਤਾ ਇੱਕ ਦੋ ਲੈਣਾ ਕਿ ਮੈਂ ਜਿਹੜੀ ਕੀ ਕੁਆਲੀਫਿਕੇਸ਼ਨ, ਜਿਵੇਂ ਲਿਖਿਆ ਇਹਨਾਂ ਨੇ ਆਈ ਹੈਵ ਜਸਟ ਗ੍ਰੈਜੂਏਟਡ, ਮੈਂ ਕੀ ਕਰਾ ਗ੍ਰੈਜੂਏਟਡ ਹਾਂ ਇਨ ਕਮਰਸ ਵਿਦ ਆਨਰਸ ਫਰੋਮ ਦਿੱਲੀ ਯੂਨੀਵਰਸਿਟੀ। I am dedicated individual who possesses good communication skills and I am eager to join your company। ਮੇਰੇ ਕੋਲ ਸਕਿੱਲ ਜਿਹੜੇ ਗੁੱਡ ਵਧੀਆ ਹੈ, ਠੀਕ ਹੈ, ਇਸ ਕਰਕੇ ਮੈਂ ਕਿ ਉਤਸ਼ਾਹੀ ਹਾਂ ਕਿ ਤੁਹਾਡੀ ਕੰਪਨੀ ਕਰਾਈ ਜੁਆਇਨ ਕਰ।
ਮੇਰਾ ਸੀਵੀ ਮਤਲਬ ਮੇਰਾ ਬਾਇਓਡਾਟਾ ਜਿਹੜਾ ਕਰਿਕੂਲਮ ਬੇਟ ਹੈ ਉਹ ਵੀ ਇਨਕਲੋਜ਼ ਹੈ ਇੱਥੇ ਕੀ ਨਾਲ ਕੀ ਅਟੈਚ ਹੈ। ਇਨਕਲੋਜ਼ ਮਤਲਬ ਜੁੜਿਆ ਹੋਇਆ ਹੇਅਰ ਵਿਦ ਇਸ ਦੇ ਨਾਲ ਕੀ ਅਟੈਚ ਕੀਤਾ। ਥੈਂਕਿੰਗ ਯੂ ਇੱਥੇ ਆਪਾਂ ਲਿਖਣਾ ਥੈਂਕਿੰਗ ਯੂ ਫॉर ਕੰਸੀਡਰੇਸ਼ਨਸ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ। ਮਿਸਟਰ ਏ ਦਾ ਮਤਲਬ ਕੀ ਹੈ ਅਰਜੁਨ ਯੂ ਆਰ ਫੇਥਫੁਲੀ ਤੁਹਾਡਾ ਵਿਸ਼ਵਾਸ ਪਾਤਰ। ਇਸ ਤਰ੍ਹਾਂ ਆਪਾਂ ਇੱਕ ਸਿੰਪਲ ਚਾਰਕ ਲੈਣਾ ਠੀਕ ਹੈ ਜੀ ਲਿਖ ਕੇ ਕੀ ਕਰ ਸਕਦੇ ਇੱਕ ਕਵਰ ਲੈਟਰ ਕੀ ਹੈ ਆਪਾਂ ਨੌਕਰੀ ਜਦੋਂ ਲੱਭਦੇ ਹਾਂ ਉਸ ਟਾਈਮ ਕਿ ਇਹਨਾਂ ਨੂੰ ਦੇਣਾ ਠੀਕ ਹੈ ਜਾਂ ਅਪਲਾਈ ਕਰ ਰਹੇ ਹਾਂ ਆਪਾਂ ਇਹਨਾਂ ਨੇ ਲਿਖਿਆ ਜੀ ਆਈ ਐਮ ਰਾਈਟਿੰਗ ਇਨ ਰਿਸਪੌਂਸ ਟੂ ਯਰ ਐਡਵਰਟਾਈਜ਼ਮੈਂਟ ਇਹ ਵੀ ਲਿਖ ਸਕਦੇ ਹਾਂ ਆਪਾਂ ਜੀ ਜਾਂ ਆਪਾਂ ਵਿਦ ਰੈਫਰੈਂਸ ਟੂ ਯਰ ਐਡਵਰਟਾਈਜ਼ਮੈਂਟ ਇਹ ਵੀ ਆਪਾਂ ਲਿਖ ਸਕਦੇ ਹਾਂ ਠੀਕ ਹੈ ਜੀ। ਉਸ ਤੋਂ ਬਾਅਦ ਜੇ ਤੁਹਾਡੇ ਕੋਲ ਕੁਝ ਰਿਸਪੌਂਸਿਬਿਲਿਟੀ ਹੈ ਤੁਹਾਡੇ ਕੋਲ ਕਾਬਿਲਤ ਹੈਗਾ ਤਾਂ ਤੁਸੀਂ ਇਹ ਵੀ ਲਿਖ ਸਕਦੇ ਹੋ I have the skills that are required for consultant job ਜਿਵੇਂ ਉੱਥੇ ਲਿਖਿਆ ਸੀ dedicated skills good communication skills ਤਾਂ ਉੱਤੇ ਆਹ ਚੀਜ਼ ਲਿਖ ਸਕਦੇ I will able to handle responsibility ਮੈਂ ਠੀਕ ਹੈ ਯੋਗ ਹਾਂ ਜਿਹੜੀ ਵੀ ਜ਼ਿੰਮੇਵਾਰੀਆਂ ਹੋਣਗੀਆਂ ਤੁਹਾਡੀਆਂ। ਆਪਾਂ ਲਾਸਟ ਪਹਿਲਾਂ ਕੀ ਲਿਖਦੇ ਹਾਂ ਆਖਰੀ ਪਹਿਰੇ ਤੋਂ ਪਲੀਜ਼ ਫਾਈਂਡ ਅਟੈਚਡ ਕਾਪੀ ਆਫ ਮਾਈ ਰਿਜ਼ਿਊਮ ਕਿ ਮੇਰੀ ਇੱਕ ਵੀ ਕਾਪੀ ਹੈ ਰਿਜ਼ਿਊਮ ਦੀ ਬਾਇਓਡਾਟਾ ਦੀ ਉਹਨੂੰ ਤੁਸੀਂ ਲੱਭ ਲਓ ਨਾਲ ਅਟੈਚ ਕੀਤੀ ਹੋਈ ਹੈ। ਮੇਰਾ CV ਵੀ ਕੀ ਹੈ ਮਾਈ CV is enclosed here with ਮੈਂ ਰਿਜ਼ਿਊਮ ਲਿਖਦਾ CV ਹਾਂ ਤੇ ਰਿਜ਼ਿਊਮ ਪਤਾ is enclosed for your review ਤੁਹਾਡੇ ਰਿਵਿਊ ਦੇ ਲਈ ਕੀ ਹੈ CV ਜਿਹੜਾ ਕੀ ਹੈ ਅਟੈਚ ਕੀਤਾ। ਲਾਸਟ ਤੇ ਲਿਖਿਆ ਸੀ ਆਪਣੇ ਥੈਂਕਿੰਗ ਯੂ ਉੱਥੇ ਕੀ ਆ ਸੀ ਥੈਂਕ ਯੂ ਫॉर ਯਰ ਕੰਸੀਡਰੇਸ਼ਨਸ ਇਸ ਦੇ ਸੰਬੰਧ ਵਿੱਚ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਧੰਨਵਾਦ ਕਰਨ ਤੋਂ ਬਾਅਦ ਕੀ ਹੈ ਆਪਾਂ ਨਾਲ ਇੱਕ ਹੋਰ ਲਾਈਨ ਵੀ ਲਿਖ ਸਕਦੇ ਹਾਂ ਉਸ ਤੋਂ ਨਾਲ ਜੇ ਹਾਂ ਨਹੀਂ ਲਿਖਣੀ ਤਾਂ ਵੀ ਲਿਖ ਸਕਦੇ ਹਾਂ ਆਈ ਵੁੱਡ ਐਪਰੀਸ਼ੀਏਟ ਇਟ ਠੀਕ ਹੈ ਮੈਨੂੰ ਖੁਸ਼ੀ ਹੋਈ ਇਟ ਇਫ ਮਾਈ ਐਪਲੀਕੇਸ਼ਨ ਇਜ਼ ਕੰਸੀਡਰਡ ਫॉर ਦਾ ਪੋਸਟ ਮੈਨੂੰ ਖੁਸ਼ੀ ਹੋਊਗੀ ਜੇ ਤੁਸੀਂ ਇਸ ਐਪਲੀਕੇਸ਼ਨ ਨੂੰ ਕੀ ਕਰੋਗੇ ਜੀ ਕੰਸੀਡਰ ਕਰੋਗੇ ਇਸ ਸੰਬੰਧ ਵਿੱਚ ਪੋਸਟ ਦੇ ਲਈ ਠੀਕ ਹੈ ਮੈਨੂੰ ਚੁਣੋਗੇ ਜਾਂ ਇਸ ਦੇ ਰਿਗਾਰਡਿੰਗ ਤੁਸੀਂ ਜੱਜ ਕਰੋਗੇ ਰਿਵਿਊ ਕਰੋਗੇ ਜੋ ਵੀ ਹੈ। ਉਸ ਤੋਂ ਲੁਕਿੰਗ ਫਾਰਵਰਡ ਟੂ ਯੂਰ ਰਿਸਪੌਂਸ ਮੈਂ ਤੁਹਾਡਾ ਰਿਸਪੌਂਸ ਪਰ ਕੀ ਚੈੱਕ ਕਰੂੰਗਾ ਉਹਦਾ ਕੀ ਮੈਂ ਧਿਆਨ ਰੱਖੂੰਗਾ ਜਿਹੜਾ ਤੁਸੀਂ ਰਿਸਪੌਂਸ ਦਿਓਗੇ ਤੁਹਾਡੀ ਜਿਹੜੀ ਵੀ ਫੈਸਲਾ ਹੋਊਗਾ ਉਹਨੂੰ ਕੀ ਸੁਣੂੰਗਾ ਮੈਂ ਫਰੋਮ ਯੂਰ ਕਿ ਜਲਦੀ ਸੁਣੂੰਗਾ ਫਰੋਮ ਯੂ ਸੁਣ ਠੀਕ ਹੈ ਜਲਦੀ ਮੈਂ ਤੁਹਾਡਾ ਕੋਈ ਰਿਸਪੌਂਸ ਜਾਂ ਤੁਹਾਡੀ ਜਿਹੜੀ ਵੀ ਆਪਣੀ ਫੈਸਲਾ ਡਿਸੀਜਨ ਹੋਊਗਾ ਉਹਨੂੰ ਕਿਵੇਂ ਧਿਆਨ ਨਾਲ ਇਹ ਸੁਣੂੰਗਾ ਸਿਰ ਮੱਥੇ ਪਾ ਕੇ ਸਿਰ ਮੱਥੇ ਜਿਹੜਾ ਵੀ ਤੁਸੀਂ ਫੈਸਲਾ ਲਿਆ। ਇਸ ਤਰ੍ਹਾਂ ਆਪਾਂ ਇੱਕ ਕੀ ਕੀਤਾ ਸੀ ਜੀ ਕਵਰ ਲੈਟਰ ਲਿਖਿਆ ਸੀ ਰਿਜ਼ਿਊਮ ਤੋਂ ਪਹਿਲਾਂ ਠੀਕ ਹੈ ਜੀ ਤਾਂ ਹੀ ਆਪਾਂ ਨੇ ਉਸ ਦੇ ਵਿੱਚ ਲਿਖਿਆ ਹੈ ਮਾਈ ਰਿਜ਼ਿਊਮ ਇਜ਼ ਇਨਕਲੋਜ਼ਡ ਫॉर ਯੂਰ ਰਿਵਿਊ ਜਾਂ ਹੇਅਰ ਵਿਦ ਠੀਕ ਹੈ। ਤਾਂ ਇਸ ਦੇ ਸੈਸ਼ਨ ਦੇ ਵਿੱਚ ਤੁਹਾਨੂੰ ਕੁਝ ਰਿਪੋਰਟਡ ਸਪੀਚ ਠੀਕ ਹੈ ਐਜ ਏ ਨਰੇਸ਼ਨ ਕੁਝ ਐਕਸਰਸਾਈਜ਼ ਹੈ ਜਿਸ ਦੇ ਵਿੱਚ ਆਪਾਂ ਅਸਿੱਧੇ ਜਾਂ ਅਸਿੱਧੇ ਤੌਰ ਤੇ ਆਪਾਂ ਗੱਲਬਾਤ ਕਰਨ ਦੇ ਵਿੱਚ ਕੀ ਨਰੇਸ਼ਨ ਯੂਜ਼ ਕਰਦੇ ਹਾਂ। ਤਾਂ ਹੁਣ ਮੈਂ ਨਰੇਸ਼ਨ ਦੇ ਬਾਰੇ ਤੁਹਾਨੂੰ ਦੱਸ ਰਿਹਾ ਨਰੇਸ਼ਨ ਹੁੰਦੀ ਕੀ ਹੈ ਜਦੋਂ ਆਪਾਂ ਕੋਈ ਸਟੋਰੀ ਨੂੰ ਸੁਣਾਉਣਾ ਹੁੰਦਾ ਗਾ ਤਾਂ ਮੈਂ ਨਰੇਟ ਕਰਦੇ ਹਾਂ ਠੀਕ ਹੈ ਸੁਣਾਉਂਦੇ ਹਾਂ ਉਹ ਹਮੇਸ਼ਾ ਪਾਸਟ ਦੇ ਵਿੱਚ ਕਰਦੇ ਆਪਾਂ। ਤਾਂ ਦੋ ਤਰ੍ਹਾਂ ਦੀ ਸਪੀਚ ਹੁੰਦੀ ਹੈ ਇੱਕ ਡਾਇਰੈਕਟ ਹੁੰਦੀ ਹੈ ਇੱਕ ਇਨਡਾਇਰੈਕਟ ਮਤਲਬ ਕਿ ਇੱਕ ਤਾਂ ਸਿੱਧੇ ਤੌਰ ਤੇ ਇੱਕ ਹੁੰਦੀ ਹੈ ਅਸਿੱਧੇ ਤੌਰ ਤੇ ਬੋਲਣਾ ਠੀਕ ਹੈ ਜੀ। ਮੇਕ ਸ਼ੋਰ ਤੁਸੀਂ ਤੁਹਾਡੇ ਕੋਲ ਕਾਪੀ ਪੈਨ ਹੋਊਗੀ ਜੋ ਵੀ ਇੰਪੋਰਟੈਂਟ ਜਿਹੜੀਆਂ ਗੱਲਾਂ ਹੋਣਗੀਆਂ ਤੁਸੀਂ ਲਿਖ ਵੀ ਸਕਦੇ ਹੋ ਨਾਲ ਨਾਲ ਕੀ ਇਹਨਾਂ ਨੂੰ ਜੇ ਨਹੀਂ ਲਿਖਣੀਆਂ ਤਾਂ ਠੀਕ ਹੈ। ਆਪਾਂ ਗੱਲ ਕਰ ਰਹੇ ਸੀ ਡਾਇਰੈਕਟ ਇਨਡਾਇਰੈਕਟ ਹੈ ਨਾ ਤਾਂ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦਾ ਸਪੀਕਰ ਇੱਕ ਹੁੰਦਾ ਲਿਸਨਰ ਕੀ ਹੁੰਦਾ ਇੱਕ ਸਪੀਕਰ ਇੱਕ ਹੁੰਦਾ ਲਿਸਨਰ ਇੱਕ ਤਾਂ ਜਿਹੜਾ ਬੋਲਦਾ ਹੁੰਦਾ ਹੈਗਾ ਲਿਸਨਰ ਜਿਹੜਾ ਉਹਨੂੰ ਸੁਣਦਾ ਹੋਵੇ ਜੀ ਠੀਕ ਹੈ। ਤਾਂ ਦੋ ਚੀਜ਼ਾਂ ਹੁੰਦੀਆਂ ਨੇ ਨਰੇਸ਼ਨ ਦੇ ਵਿੱਚ ਡਾਇਰੈਕਟ ਤੇ ਇਨਡਾਇਰੈਕਟ ਠੀਕ ਹੈ। ਮੰਨ ਲਓ ਡਾਇਰੈਕਟ ਕਦੋਂ ਹੁੰਦਾ ਜੀ ਜਿਹੜਾ ਕੁਝ ਬੋਲਦੇ ਆਪਾਂ ਉਸ ਨੂੰ ਆਪਾਂ ਐਜਿਟ ਕਿਸੇ ਨੂੰ ਦੱਸਣਾ ਹੋਵੇ ਉਹਨੂੰ ਬੋਲਦੇ ਆਪਾਂ ਡਾਇਰੈਕਟ ਕੀ ਉਹਨੇ ਮੈਨੂੰ ਇਸ ਤਰ੍ਹਾਂ ਕਿਹਾ ਸੀ ਠੀਕ ਹੈ। ਇਨਡਾਇਰੈਕਟ ਕੀ ਹੁੰਦਾ ਗਾ ਕਿ ਜੋ ਸਪੀਕਰ ਨੇ ਬੋਲਿਆ ਉਹਨੂੰ ਆਪਣੇ ਸ਼ਬਦਾਂ ਵਿੱਚ ਕਹਿਣਾ ਇਨਡਾਇਰੈਕਟ ਠੀਕ ਹੈ। ਤਾਂ ਐਗਜ਼ਾਮਪਲ ਲਵਾਂਗੇ ਆਪਾਂ ਡਾਇਰੈਕਟ ਕੀ ਹੁੰਦਾ ਜੀ ਸਿੱਧੇ ਤੌਰ ਤੇ ਜਿਵੇਂ ਤੁਸੀਂ ਮੈਨੂੰ ਕੋਈ ਗੱਲ ਕਹੀ ਮੈਂ ਉਸੇ ਤਰ੍ਹਾਂ ਹੀ ਉਹੀ ਗੱਲ ਮੈਂ ਕਿਸੇ ਹੋਰ ਨੂੰ ਦੱਸਣੀ ਉਹ ਕਿ ਡਾਇਰੈਕਟ ਹੈ। ਜੇ ਉਸੇ ਗੱਲ ਨੂੰ ਮੈਂ ਕੁਝ ਹੋਰ ਵੇ ਨਾਲ ਦੱਸਾਂ ਸਿੱਧੇ ਤੌਰ ਤੇ ਠੀਕ ਹੈ ਤਾਂ ਉਹ ਕੀ ਇੱਕ ਇਨਡਾਇਰੈਕਟ ਹੈ। ਤਾਂ ਇੱਥੇ ਐਗਜ਼ਾਮਪਲ ਦੇ ਰਹੇ ਆਪਾਂ ਜੀ ਇਹਨੂੰ ਚਾਹੇ ਰਾਈਟ ਡਾਊਨ ਕਰ ਲਿਓ ਤੁਸੀਂ ਲਿਖ ਲਿਓ ਠੀਕ ਹੈ। ਤਾਂ ਲਿਖਿਆ ਜੀ ਐਗਜ਼ਾਮਪਲ ਦੇ ਵਿੱਚ ਹੀ ਸੈਡ ਟੂ ਮੀ ਠੀਕ ਹੈ ਹੀ ਸੈਡ ਟੂ ਮੀ
ਕੋਮਾ ਉਸ ਤੋਂ ਬਾਅਦ ਇਨਵਰਟਡ ਕੋਮੇ ਸਟਾਰਟ ਕਰਕੇ ਜੀ ਆਈ ਵਿਲ ਬੀ ਵੇਟਿੰਗ ਫॉर ਯੂ। ਠੀਕ ਹੈ, ਇਹ ਤੁਹਾਡਾ ਇੱਕ ਡਾਇਰੈਕਟ ਦਾ ਕੀ ਸਪੀਚ ਹੈ, ਜਿਹੜੀ ਡਾਇਰੈਕਟ ਸਪੀਚ ਹੈ ਇਹ ਬੋਲੀ ਗਈ ਹੈ ਕਿਸੇ ਦੁਆਰਾ। ਠੀਕ ਹੈ ਜੀ, ਹੀ ਸੈਡ ਟੂ ਮੀ ਕੋਮਾ ਇਨਵਰਟਡ ਕੋਮੇ ਸਟਾਰਟ ਆਈ ਵਿਲ ਬੀ ਵੇਟਿੰਗ ਫॉर ਯੂ। ਠੀਕ ਹੈ ਜੀ, ਤਾਂ ਇਹਦੇ ਵਿੱਚ ਪਹਿਲਾਂ ਦੋ ਤਿੰਨ ਚੀਜ਼ਾਂ ਨੇ ਜੀ, ਚਾਰ ਆਪਣੀਆਂ ਉਹ ਦੇਖਦੇ ਹਾਂ ਆਪਾਂ। ਡਾਇਰੈਕਟ ਸਪੀਚ ਦੇ ਵਿੱਚ ਕਿਹੜੀ ਕਿਹੜੀ ਚੀਜ਼ ਹੁੰਦੀ ਹੈ ਜੀ? ਸੈਡ ਟੂ ਕੀ ਹੁੰਦੀ, ਇੱਕ ਰਿਪੋਰਟਿੰਗ ਵਰਬ ਜਿਹੜੀ ਕੀ ਹੈ ਕਿਸੇ ਦੁਆਰਾ ਕਹੀ ਜਾਂਦੀ ਹੈ ਕਿਸੇ ਨੂੰ। ਠੀਕ ਹੈ ਜੀ, ਇੱਕ ਹੁੰਦਾ ਜੀ ਉਸ ਵਿੱਚ ਰਿਪੋਰਟਡ ਸਪੀਚ। ਠੀਕ ਹੈ ਜੀ, ਜਿਹੜੀ ਇਨਵਰਟਡ ਕੋਮੇ ਵਿੱਚ ਹੁੰਦੀ ਹੈ ਉਹ ਕੀ ਹੁੰਦੀ ਹੈ? ਰਿਪੋਰਟਡ ਸਪੀਚ। ਕੀ ਉਹਨੇ ਗੱਲ ਕੀ ਕਹੀ ਹੈ? ਠੀਕ ਹੈ, ਉਹਨੇ ਮੈਨੂੰ ਕੁਝ ਕਿਹਾ ਹੈਗਾ ਬਟ ਕੀ ਕਿਹਾ ਉਹਦੇ ਵਿੱਚ ਕੀ ਰਿਪੋਰਟਡ ਸਪੀਚ ਦੇ ਵਿੱਚ ਹੋਊਗਾ, ਉਹ ਕੀ ਕਿਹਾ ਉਹਨੇ। ਠੀਕ ਹੈ, ਰਿਪੋਰਟਡ ਵਰਬ ਦੇ ਵਿੱਚ, ਰਿਪੋਰਟਿੰਗ ਵਰਬ ਦੇ ਵਿੱਚ ਉਹੀ ਆਊਗਾ ਜਿਹੜਾ ਉਹਨੇ ਮੈਨੂੰ ਕਿਹਾ ਬਸ ਇਕੱਲਾ। ਠੀਕ ਹੈ, ਐ ਨਹੀਂ ਪਤਾ ਕੀ ਕਿਹਾ ਉਹ ਕੀ ਆਪਣੀ ਰਿਪੋਰਟਡ ਸਪੀਚ ਦੇ ਵਿੱਚ। ਤੇ ਇਸ ਦੇ ਨਾਲ ਰਿਪੋਰਟਡ ਸਪੀਚ ਜਿਹੜਾ ਉਹ ਇੱਕ ਟੈਂਸ ਨਾਲ ਹੀ ਹੋਊਗੀ। ਠੀਕ ਹੈ, ਉਸ ਵਿੱਚ ਕੋਈ ਟੈਂਸ ਯੂਜ਼ ਕੀਤਾ ਹੋਊਗਾ, ਚਾਹੇ ਪਾਸਟ ਹੈ, ਚਾਹੇ ਪ੍ਰੈਜੈਂਟ ਹੈ, ਚਾਹੇ ਫਿਊਚਰ ਹੈ, ਕੋਈ ਵੀ ਟੈਂਸ। ਠੀਕ ਹੈ, ਤਾਂ ਇਸ ਦੇ ਵਿੱਚ ਜਿਹੜੀ ਚਾਰ ਚੀਜ਼ਾਂ ਨੂੰ ਆਪਾਂ ਨੇ ਇਨਡਾਇਰੈਕਟ ਦੇ ਵਿੱਚ ਚੇਂਜ ਕਰਨਾ ਹੁੰਦਾ ਹੈਗਾ, ਡਾਇਰੈਕਟ ਟੂ ਇਨਡਾਇਰੈਕਟ। ਪਹਿਲਾ ਹੀ ਤੁਹਾਡਾ ਰਿਪੋਰਟਿੰਗ ਵਰਬ। ਠੀਕ ਹੈ ਜੀ, ਪਹਿਲੀ ਕੀ ਚੀਜ਼ ਹੈ ਜੀ? ਰਿਪੋਰਟਿੰਗ ਵਰਬ, ਮਤਲਬ ਕੀ ਹੈ? ਸੈਡ ਟੂ। ਦੂਸਰਾ ਕੀ ਚੇਂਜ ਕਰਨਾ ਹੁੰਦਾ ਆਪਣੇ? ਪ੍ਰੋਨਾਊਨ। ਠੀਕ ਹੈ, ਨਰੇਸ਼ਨ ਦੇ ਵਿੱਚ ਜੀ ਕੀ ਚੇਂਜ ਕਰਨਾ ਹੁੰਦਾ? ਪਹਿਲਾਂ ਰਿਪੋਰਟਿੰਗ ਵਰਬ, ਸੈਕੰਡ ਕੀ ਹੈ ਜੀ? ਪ੍ਰੋਨਾਊਨ। ਜਿਵੇਂ ਆਈ ਹੈ। ਠੀਕ ਹੈ ਜੀ, ਕੀ ਹੈ? ਆਈ। ਉਸ ਤੋਂ ਬਾਅਦ ਜੀ ਕਿਉਂਕਿ ਇੱਕ ਆਈ ਗਏ ਜਾਂ ਕੀ ਹੋ ਗਿਆ ਯੂਜ਼ ਹੋ ਗਿਆ ਕਿ ਉਹਨੇ ਮੈਨੂੰ ਕਿਹਾ ਸੀ ਆਈ ਵਿਲ ਬੀ ਵੇਟਿੰਗ ਫॉर ਯੂ, ਉਹਨੇ ਮੈਨੂੰ ਕਿਹਾ ਮੈਂ ਤੇਰੀ ਉਡੀਕ ਕਰਾਂਗਾ। ਠੀਕ ਹੈ, ਉੱਥੇ। ਤੀਸਰਾ ਹੀ ਟੈਂਸ, ਜਿਹੜਾ ਟੈਂਸ ਕੀ ਪ੍ਰੈਜੈਂਟ ਦੇ ਵਿੱਚ ਹੈ, ਫਿਊਚਰ ਦੇ ਵਿੱਚ ਹੈ, ਕਿਸ ਦੇ ਵਿੱਚ ਟੈਂਸ ਹੈ ਉਹਨੂੰ ਦੇਖਾਂਗੇ ਆਪਾਂ। ਚੌਥਾ ਆਪਾਂ ਦੇਖਾਂਗੇ ਜੀ ਜਿਹੜਾ ਇਨਵਰਟਡ ਕੋਮੇ ਹੈ ਇਹਨੂੰ ਚੇਂਜ ਕਰਾਂਗੇ। ਠੀਕ ਹੈ ਜੀ, ਉਹ ਚੇਂਜ ਕਰ ਹੁੰਦੇ ਨੇ ਹਮੇਸ਼ਾ ਹੀ ਦੈਟ 'ਚ। ਚਾਰ ਚੀਜ਼ਾਂ ਚੇਂਜ ਕਰਾਂਗੇ ਜੀ, ਇੱਕ ਤਾਂ ਰਿਪੋਰਟਿੰਗ ਵਰਬ, ਸੈਕੰਡ ਪ੍ਰੋਨਾਊਨ, ਥਰਡ ਟੈਂਸ, ਫੋਰਥ ਕੀ ਤੁਹਾਡਾ ਜਿਹੜਾ ਕੋਮੇ ਲੱਗੇ। ਠੀਕ ਹੈ ਜੀ, ਕੋਮਾ ਤੇ ਇਨਵਰਟਡ ਕੋਮੇ ਉਹਨਾਂ ਨੂੰ ਕੀ ਚੇਂਜ ਕਰਾਂਗੇ ਆਪਾਂ? ਦੈਟ 'ਚ। ਠੀਕ ਹੈ, ਇਹ ਚੀਜ਼ਾਂ ਜਿਹੜੀ ਚਾਰੇ ਨੇ ਇਹ ਇਨਡਾਇਰੈਕਟ ਦੇ ਵਿੱਚ ਕੀ ਹੋਣਗੀਆਂ ਜੀ? ਚੇਂਜ ਹੋਣਗੀਆਂ। ਠੀਕ ਹੈ, ਉਹ ਕਿਵੇਂ ਹੋਣਗੀਆਂ ਦੱਸਦੇ ਹਾਂ ਅਗਲੀ ਸਲਾਈਡ 'ਚ। ਤਾਂ ਦੇਖੋ ਜੀ ਨੈਕਸਟ ਸਲਾਈਡ ਕੀ ਹੈ ਤੁਹਾਡੀ ਕਲੀਅਰ ਹੈਗੀ। ਕੀ ਲਿਖਿਆ ਸੀ ਇੱਥੇ ਜੀ? ਹੀ ਸੈਡ ਟੂ ਮੀ ਆਈ ਵਿਲ ਬੀ ਵੇਟਿੰਗ ਫॉर ਯੂ। ਤਾਂ ਤੁਹਾਨੂੰ ਪਹਿਲੀ ਚੀਜ਼ ਦੱਸਣਾ ਜੀ ਰਿਪੋਰਟਿੰਗ ਵਰਬ। ਪਹਿਲੀ ਚੀਜ਼ ਚੇਂਜ ਕਰਕੇ ਦਿਖਾ ਰਹੇ ਹਾਂ ਤੁਹਾਨੂੰ, ਰਿਪੋਰਟਿੰਗ ਵਰਬ। ਇਸ ਦੇ ਅੱਗੇ ਆਪਾਂ ਕੀ ਦੇਖਣਾ ਹੁੰਦਾ ਰਿਪੋਰਟਿੰਗ ਵਰਬ ਨੂੰ? ਜਿਹੜੀ ਰਿਪੋਰਟਿੰਗ ਵਰਬ ਹੈਗੀ ਉਹ ਕਿਹੜੇ ਟੈਂਸ ਦੇ ਵਿੱਚ ਹੈਗੀ? ਸੇਜ ਲਿਖਿਆ ਹੋਇਆ ਹੈ, ਸੇ ਲਿਖਿਆ ਹੋਇਆ ਹੈ, ਸੇ ਟੂ ਲਿਖਿਆ ਹੋਇਆ, ਸੇਜ ਟੂ ਲਿਖਿਆ ਹੋਇਆ। ਇਹ ਕੀ ਆਪਣੇ ਸੇ ਪਤਾ ਆਪਾਂ ਨੂੰ ਪ੍ਰੈਜੈਂਟ ਦਾ ਹੈ, ਜਿਹੜੀ ਵਰਬ ਹੈਗੀ ਪ੍ਰੈਜੈਂਟ ਦੀ ਵਰਬ ਹੈਗੀ। ਸੇ ਟੂ ਵੀ ਇੱਕ ਪ੍ਰੈਜੈਂਟ ਦੀ ਹੈ, ਸੇਜ ਵੀ ਇੱਕ ਪ੍ਰੈਜੈਂਟ ਦੀ ਹੈ, ਸੇਜ ਟੂ ਵੀ ਇੱਕ ਪ੍ਰੈਜੈਂਟ। ਪਾਸਟ ਦੇ ਵਿੱਚ ਕੀ ਹੈ? ਸੇ ਕੀ ਬਣਦਾ? ਸੈਡ ਹੈ ਨਾ। ਪਾਸਟ ਦੇ ਵਿੱਚ ਕੀ ਸੈਡ, ਸੇ ਟੂ ਕੀ ਬਣ ਜਾਂਦਾ ਜੀ? ਸੈਡ ਟੂ। ਠੀਕ ਹੈ, ਆਪਾਂ ਨੇ ਇਹ ਚੀਜ਼ਾਂ ਚੈੱਕ ਕਰਨੀਆਂ ਨੇ, ਇਹ ਜਿਹੜੀ ਰਿਪੋਰਟਿੰਗ ਵਰਬ ਹੈਗੀ ਇਹ ਪ੍ਰੈਜੈਂਟ ਦੇ ਵਿੱਚ ਹੈ ਜਾਂ ਪਾਸਟ ਦੇ ਵਿੱਚ ਹੈ। ਠੀਕ ਹੈ, ਚੇਂਜ ਕਰਨ ਤੋਂ ਪਹਿਲਾਂ ਆਪਾਂ ਚੀਜ਼ ਦੇਖਣੀ ਹੈ ਇਹ ਪ੍ਰੈਜੈਂਟ ਦੇ ਵਿੱਚ ਹੈ ਜਾਂ ਪਾਸਟ ਦੇ ਵਿੱਚ ਹੈ। ਠੀਕ ਹੈ, ਹੁਣ ਆਪਣੇ ਦੇਖਣਾ ਹੈਗਾ ਕਿ ਕਿਹੜੀ ਚੀਜ਼ ਚੇਂਜ ਹੋਊਗੀ ਅੱਗੇ ਜਾ ਕੇ, ਕਿਹੜੀ ਚੀਜ਼ ਨਹੀਂ ਚੇਂਜ ਹੋਊਗੀ ਇਨਡਾਇਰੈਕਟ ਦੇ ਵਿੱਚ। ਠੀਕ ਹੈ, ਜਿਹੜਾ ਪ੍ਰੈਜੈਂਟ ਦੇ ਵਿੱਚ ਹੈਗੀ ਰਿਪੋਰਟਿੰਗ ਵਰਬ ਸੇਜ ਤੇ ਸੇ, ਇਹ ਕੀ ਚੇਂਜ ਨਹੀਂ ਹੋਣਗੇ। ਜੇ ਇੱਥੇ ਸੇ ਹੋਵੇ ਜਾਂ ਸੇਜ ਹੋਵੇ ਤਾਂ ਇੱਥੇ ਕੀ ਉਵੇਂ ਹੀ ਰਹਿ ਜਾਣਗੇ। ਇਸੇ ਤਰ੍ਹਾਂ ਪਾਸਟ ਵਿੱਚ ਸੈਡ ਹੁੰਦਾ ਤਾਂ ਇੱਥੇ ਸੈਡ ਵੀ ਉਵੇਂ ਹੀ ਲੱਗਿਆ ਰਹਿੰਦਾ ਹੀ। ਠੀਕ ਹੈ, ਜੇ ਸੇਜ ਟੂ ਜਾਂ ਸੇ ਟੂ ਲਿਖਿਆ ਤਾਂ ਆਪਾਂ ਨੂੰ ਸੇ ਟੂ ਨੂੰ ਕਿਹਦੇ ਚ ਬਣਾਵਾਂਗੇ? ਟੈਲ 'ਚ। ਸੇਜ ਟੂ ਨੂੰ ਕਿਹਦੇ ਚ ਬਣਾਵਾਂਗੇ? ਚੇਂਜ ਕਰਾਂਗੇ ਟੈਲਸ 'ਚ। ਠੀਕ ਹੈ, ਸੇ ਟੂ ਨੂੰ ਚੇਂਜ ਕਰਾਂਗੇ ਇਨਡਾਇਰੈਕਟ ਦੇ ਵਿੱਚ ਟੈਲ ਲਿਖ ਕੇ, ਸੇਜ ਟੂ ਨੂੰ ਕੀ ਕਰਾਂਗੇ ਜੀ? ਟੈਲਸ। ਬਟ ਜੇ ਉੱਪਰ ਹੈਗਾ ਸੇਜ ਇਕੱਲਾ ਵਿਦਆਊਟ ਟੂ ਲੱਗਿਆ ਹੋਇਆ ਉੱਥੇ ਆਪਾਂ ਚੇਂਜ ਨਹੀਂ ਕਰਾਂਗੇ, ਉਸੇ ਤਰ੍ਹਾਂ ਹੀ ਆਪਾਂ ਨੂੰ ਲਿਖਾਂਗੇ। ਜੇ ਸੈਡ ਟੂ ਲਿਖਿਆ ਹੈ ਤਾਂ ਕੀ ਲਿਖਾਂਗੇ ਉਹਨੂੰ ਜੀ? ਉਹਨੂੰ ਕੱਟ ਕੇ ਟੋਲਡ। ਸੈਡ ਟੂ ਮਤਲਬ ਉਹਨੇ ਦੱਸਿਆ ਆਪਾਂ ਨੂੰ, ਪਹਿਲਾਂ ਉਹਨੇ ਕਿਹਾ ਸੀ ਮੈਨੂੰ, ਆਪਾਂ ਨੂੰ ਚੇਂਜ ਕਰਤਾ ਕਿ ਉਹਨੇ ਮੈਨੂੰ ਦੱਸਿਆ। ਠੀਕ ਹੈ ਜੀ, ਮੰਨ ਲਓ ਆਪਾਂ ਗੱਲ ਕਰ ਰਹੇ ਆਪਾਂ ਕਹਿੰਦੇ ਮੈਨੂੰ ਕਿਹਾ। ਠੀਕ ਹੈ, ਉਹਨੇ ਮੈਨੂੰ ਕਿਹਾ, ਆਪਾਂ ਨੂੰ ਜਦੋਂ ਦੱਸਣਾ ਹੋਵੇ ਕਿ ਉਹਨੇ ਮੈਨੂੰ ਦੱਸਿਆ ਸੀ। ਠੀਕ ਹੈ, ਇੰਟਰੈਕਟ ਦੇ ਵਿੱਚ ਆਪਾਂ ਸਿੱਧੇ ਤੌਰ ਤੇ ਕਹਤਾ ਨੂੰ ਕਿ ਮੈਨੂੰ ਦੱਸਿਆ ਸੀ, ਤਾਂ ਦੱਸਣ ਦੀ ਕੀ ਹੈ ਜੀ? ਟੋਲਡ। ਠੀਕ ਹੈ, ਪਾਸਟ ਦੇ ਵਿੱਚ। ਪ੍ਰੈਜ਼ੈਂਟ ਵਿੱਚ ਸੇ ਨੂੰ ਕੀ ਕਹਿੰਦੇ ਆਪਾਂ? ਟੈਲ ਜਾਂ ਟੈਲਸ। ਠੀਕ ਹੈ, ਤਾਂ ਇੰਨੀ ਤੁਹਾਡੇ ਧਿਆਨ ਚ ਹੋਵੇ ਗੱਲ। ਰਿਪੋਰਟਿੰਗ ਵਰਬ ਨੂੰ ਚੈੱਕ ਕਰਨਾ ਹੈ ਪ੍ਰੈਜ਼ੈਂਟ 'ਚ ਉਹ
ਜਾਂ ਪਾਸਟ 'ਚ ਹੈ। ਜੇ ਪ੍ਰੈਜ਼ੈਂਟ ਦੇ ਵਿੱਚ ਹੈ, ਜੇ ਸੇਜ ਹੈ ਤਾਂ ਕੀ ਚੇਂਜ ਨਹੀਂ ਹੋਣਾ, ਜੇ ਸੇਜ ਟੂ ਹੈ ਤਾਂ ਟੈਲਸ ਚੇਂਜ ਕਰਾਂਗੇ ਆਪਾਂ, ਸੈਡ ਹੈ ਨਹੀਂ ਚੇਂਜ ਹੁੰਦਾ, ਸੈਡ ਟੂ ਹੈ ਤਾਂ ਟੋਲਡ 'ਚ ਚੇਂਜ ਕਰਾਂਗੇ। ਨਾਲ ਨਾਲ ਇੱਕ ਇੱਕ ਦੀ ਲਾਈਨ ਲਿਖੀ ਜਾਈਏ ਤਾਂ ਕਿ ਤੁਹਾਨੂੰ ਰਿਮਾਈਂਡ ਕਰਨਾ ਸੌਖਾ ਹੋ ਜਾਏ ਕੱਲ੍ਹ ਨੂੰ, ਜੇ ਤੁਸੀਂ ਚੈੱਕ ਵੀ ਕਰਨਾ ਤਾਂ ਇਸ ਤਰ੍ਹਾਂ ਕਿ ਦੇਖ ਸਕਦੇ। ਤਾਂ ਹੁਣ ਦੇਖੋ ਜੀ ਮੈਂ ਚੇਂਜ ਕਰ ਰਿਹਾ ਗਾ, ਇੱਕ एग्जाम्पल लेती से अपने ही सेड टू मी इन्वर्टेड कॉम में स्टार्ट आई विल बी वेटिंग फॉर यू। ठीक है, ही दा ही उसी तरह लगे रहेगा, उन्हें सेड टू तुम दसा ही चेंज करना, सेड टू क्या चीज चेंज हो गई टोल्ड च। ठीक है, ही टोल्ड मी दा उम्मीद लगे रहेगा, मी इन्वर्टेड कॉम में दसा ही दैट नाल चेंज होंगे। ठीक है, ओके जी। उस तो बाद आप इन्ने ही अज गल हुण गल करांगे जी ही टोल्ड मी दैट। ਆਪਾਂ ਨੂੰ ਪਹਿਲਾਂ ਇੱਥੇ ਤੱਕ ਰਿਪੋਰਟਿੰਗ ਵਰਬ ਤੱਕ ਆਉਣਾ ਚਾਹੀਦਾ ਤੁਹਾਨੂੰ, ਜਿਹੜੇ ਇਨਵਰਟਡ ਕੋਮੇ ਤੱਕ ਆਪਣੇ ਕੀ ਕੰਪਲੀਟ ਕਰ ਲੈਣ। ਕਿਸੇ ਵੀ ਨਰੇਸ਼ਨ ਜਿਹੜਾ ਡਾਇਰੈਕਟ ਸਪੀਚ ਸੀ, ਠੀਕ ਹੈ, ਉਸ ਦੇ ਵਿੱਚ ਆਪਾਂ ਨੇ ਪਹਿਲਾਂ ਰਿਪੋਰਟਿੰਗ ਵਰਬ ਕੀ ਕਰ ਲਿਆ ਜੀ, ਓਕੇ ਕਰ ਲਿਆ। ਹੁਣ ਆਪਾਂ ਨੇ ਜਿਹੜੀ ਰਿਪੋਰਟਡ ਸਪੀਚ ਹੈਗੀ ਉਹਨੂੰ ਦੇਖਣਾ ਹੈਗਾ ਅੱਗੇ। ਤਾਂ ਜਿਹੜੇ ਰਿਪੋਰਟਿੰਗ ਦੀ ਸਪੀਚ ਹੈ, ਰਿਪੋਰਟਡ ਸਪੀਚ ਹੈ, ਉਸ ਦੇ ਵਿੱਚ ਦੇਖੋ ਪਹਿਲਾਂ ਪ੍ਰਨਾਉਨ ਆ ਗਿਆ ਆਈ। ਤਾਂ ਆਪਾਂ ਹੁਣ ਆਈ ਨੂੰ ਦੇਖਾਂਗੇ ਜੀ। ਜਿਹੜਾ ਪ੍ਰਨਾਉਨ ਹੈ ਉਹ ਫਸਟ ਪਰਸਨ ਹੈ, ਸੈਕਿੰਡ ਪਰਸਨ ਹੈ ਜਾਂ ਥਰਡ ਪਰਸਨ। ਮਤਲਬ ਆਈ ਦੇ 20 ਕਿੰਦੇ ਨੇ ਆਪਣੇ ਫਸਟ ਪਰਸਨ ਹੁੰਦੇ ਨੇ ਡਾਇਰੈਕਟ ਦੇ ਵਿੱਚ। ਠੀਕ ਹੈ, ਸੈਕਿੰਡ ਪਰਸਨ ਕਹਿੰਦਾ ਯੂ ਤੁਹਾਡਾ, ਥਰਡ ਪਰਸਨ ਕਹਿੰਦਾ ਜੀ ਹੀ ਸ਼ੀ ਇਟ ਦੇ। ਬਟ ਜਦੋਂ ਡਾਇਰੈਕਟ ਹੋਵੇ ਤਾਂ ਜਿਹੜਾ ਆਈ ਜਾਂ ਵੀ ਹੈ ਆਪਾਂ ਇਹਨੂੰ ਚੇਂਜ ਕਰਾਂਗੇ ਸਬਜੈਕਟ ਨੂੰ ਲੈ ਕੇ। ਠੀਕ ਹੈ, ਇਹਨੂੰ ਕੀ ਕਰਾਂਗੇ ਆਪਾਂ ਸਬਜੈਕਟ ਨੂੰ ਲੈ ਕੇ ਗੱਲ ਕਰਾਂਗੇ, ਜਿਹੜਾ ਚੇਂਜ ਕਰਾਂਗੇ ਸਬਜੈਕਟ ਨੂੰ ਦੇਖ ਕੇ। ਠੀਕ ਹੈ, ਸਬਜੈਕਟ ਕੀ ਇੱਥੇ ਆਪਣਾ ਜੀ ਆਈ ਦਾ ਸਬਜੈਕਟ ਕੀ ਹੈ ਜੀ ਹੀ। ਠੀਕ ਹੈ ਜੀ, ਠੀਕ ਹੈ ਜੀ, ਆਈ ਦਾ ਸਬਜੈਕਟ ਕੀ ਹੈਗਾ ਜੀ ਹੀ, ਕਿਉਂਕਿ ਆਈ ਕੀ ਇੱਕ ਫਸਟ ਪਰਸਨ ਹੈ। ਜੇ ਇੱਥੇ ਜੂ ਹੁੰਦਾ ਤਾਂ ਆਪਾਂ ਇਹਨੂੰ ਮੀ ਨਾਲ ਦੇਖਦੇ ਆਪਾਂ, ਕਿਉਂਕਿ ਮੀ ਕੀ ਇੱਥੇ ਉਰੇ ਆਬਜੈਕਟ ਹੈ। ਠੀਕ ਹੈ, ਅੱਗੇ ਚੈੱਕ ਕਰਦੇ ਆਪਾਂ। ਸੈਕਿੰਡ ਪਰਸਨ ਵਿੱਚ ਜੂ ਹੈ ਜਿਹੜਾ ਕੀ ਹੈ ਆਬਜੈਕਟ ਨੂੰ ਦੇਖ ਕੇ ਆਪਾਂ ਰਿਪੋਰਟਿੰਗ ਵਰਬ ਦੇ ਵਿੱਚ ਕੀ ਇਹਨੂੰ ਚੇਂਜ ਕਰਾਂਗੇ ਹੀ ਸ਼ੀ ਇਟ ਦੇ। ਇਹਨਾਂ ਦੇ ਵਿੱਚ ਕੋਈ ਚੇਂਜ ਨਹੀਂ। ਇੱਥੇ ਜੇ ਹੀ ਆ ਗਿਆ ਤਾਂ ਆਪਾਂ ਉਵੇਂ ਹੀ ਲਿਖਣਾ ਹੈ, ਸ਼ੀ ਹੈ ਤਾਂ ਸ਼ੀ ਹੈ, ਇਟ ਹੈ, ਦੇ ਹੈ, ਜੋ ਵੀ ਹੈ। ਠੀਕ ਹੈ, ਉਸੇ ਤਰ੍ਹਾਂ ਹੀ ਰਹੂਗਾ, ਨੋ ਚੇਂजेस। ਤਾਂ ਦੇਖੋ ਜੀ ਆਪਾਂ ਨੇ ਇੱਥੇ ਤੱਕ ਕਰ ਲਿਆ ਸੀ ਸਾਰਾ, ਇੰਟਰੈਕਟ ਦੀ ਚਾਰ ਚੀਜ਼ ਤੱਕ ਕਰ ਲਈ ਆਪਾਂ ਨੇ। ਇੱਕ ਇਹਨਾਂ ਨੇ ਦਿੱਤੇ ਜੀ ਹੀ ਸੈਡ ਟੂ ਮੀ ਆਈ ਵਿਲ ਬੀ ਵੇਟਿੰਗ ਫॉर ਯੂ। ਤਾਂ ਇਹਨੂੰ ਚੇਂਜ ਕੀਤਾ ਆਪਾਂ ਨੇ ਹੀ ਟੋਲਡ ਮੀ ਦੈਟ। ਇੱਥੇ ਤੱਕ ਆਪਣੇ ਕਰ ਲਿਆ ਸੀ ਪਹਿਲਾਂ ਹੀ ਟੋਲਡ ਮੀ ਦੈਟ। ਠੀਕ ਹੈ, ਹੁਣ ਆਪਣੀ ਗੱਲ ਆ ਗਈ ਸੀ ਆਈ ਤੇ। ਤਾਂ ਆਈ ਚੇਂਜ ਕਰ ਰਹੇ ਸੀ ਆਪਾਂ ਜੀ, ਫਸਟ ਪਰਸਨ ਹੈ, ਦੇਖ ਲਿਆ ਆਪਾਂ ਪਰਸਨ ਕਿਹੜਾ ਪ੍ਰਨਾਉਨ ਕੀ ਹੈ ਇੱਕ ਫਸਟ ਪਰਸਨ ਦੇ ਵਿੱਚ ਹੈ ਡਾਇਰੈਕਟ ਨੂੰ, ਇਹਨੂੰ ਚੇਂਜ ਕਰਾਂਗੇ ਸਬਜੈਕਟ ਨਾਲ ਲੈ ਕੇ। ਠੀਕ ਹੈ ਜੀ, ਜੇ ਜੂ ਹੁੰਦਾ ਉਰੇ ਤਾਂ ਆਪਾਂ ਮੀ ਨਾਲ ਦੇਖਦੇ, ਤਾਂ ਆਪਣੇ ਹੁਣ ਕੀ ਦੇਖਣਾ ਜੀ ਸਬਜੈਕਟ। ਸਬਜੈਕਟ ਕੀ ਉਰੇ ਹੀ, ਆਈ ਦਾ ਅੱਗੇ ਕੀ ਬਣ ਗਿਆ ਅੱਗੇ ਹੀ। ਉਹਨੇ ਮੈਨੂੰ ਕਿਹਾ ਆਈ ਵਿਲ ਬੀ ਵੇਟਿੰਗ ਫॉर ਯੂ, ਤਾਂ ਉਹਨੇ ਕੀ ਕਿਹਾ ਜੀ, ਉਹਨੇ ਮੈਨੂੰ ਦੱਸਿਆ ਹੀ ਵਿਲ ਬੀ ਵੇਟਿੰਗ ਫॉर ਯੂ। ਇਸ ਤਰ੍ਹਾਂ ਆਪਾਂ ਨੂੰ ਚੇਂਜ ਕਰਾਂਗੇ ਨੈਕਸਟ ਕਿ ਉਹ ਵੇਟਿੰਗ ਕਰੂਗਾ। ਠੀਕ ਹੈ ਜੀ, ਉਡੀਕ ਕਰੂਗਾ ਮੇਰੀ, ਉਹਨੇ ਮੈਨੂੰ ਦੱਸਿਆ ਸੀ ਕਿ ਮੈਂ ਉਹਦੀ ਉਡੀਕ ਕਰੂੰਗਾ। ਤਾਂ ਇਹ ਆਪਣੇ ਅੱਗੇ ਆ ਗਏ ਜੀ ਸਪੈਸ਼ਲ ਵਰਡਸ ਜਿਹੜੇ ਆਪਾਂ ਨੇ ਚੇਂਜ ਕਰਨੇ ਨੇ। ਮਤਲਬ ਇੱਥੇ ਜੇ ਦਿਸ ਹੁੰਦਾ ਤਾਂ ਆਪਾਂ ਦੈਟ ਲਾਉਂਦੇ, ਦੀਜ਼ ਹੁੰਦਾ ਉਹਨੂੰ ਦੋ 'ਚ ਚੇਂਜ ਕਰਾਂਗੇ, ਹੇਅਰ ਹੋਊਗਾ ਦੇਅਰ 'ਚ ਚੇਂਜ ਕਰਾਂਗੇ, ਨਾਓ ਹੋਊਗਾ ਦੈਨ 'ਚ ਚੇਂਜ ਕਰਾਂਗੇ, ਜੇ ਟੂਡੇ ਲਿਖਿਆ ਹੋਊਗਾ ਦੈਟ ਡੇ ਲਿਖਾਂਗੇ, ਟਮਾਰੋ ਲਿਖਿਆ ਹੋਊਗਾ ਤਾਂ ਨੈਕਸਟ ਡੇ ਲਿਖਾਂਗੇ, ਜਸਟਡੇ ਲਿਖਿਆ ਹੋਊ ਤਾਂ ਪ੍ਰੀਵੀਅਸ ਡੇ ਲਿਖਾਂਗੇ, ਟੂ ਨਾਈਟ ਲਿਖਿਆ ਹੋਊ ਤਾਂ ਦੈਟ ਨਾਈਟ ਲਿਖਾਂਗੇ। ਇਹ ਡਾਇਰੈਕਟ ਦੀਆਂ ਚੀਜ਼ਾਂ ਨੇ, ਇਹ ਆਪਾਂ ਨੂੰ ਇਨਡਾਇਰੈਕਟ 'ਚ ਚੇਂਜ ਕਰਾਂਗੇ ਇਸ ਤਰ੍ਹਾਂ। ਜੇ ਆਪਾਂ ਨੂੰ ਡਾਇਰੈਕਟ ਵਿੱਚ ਇਹ ਚੀਜ਼ ਲਿਖੀ ਜਾਂਦੀ ਹੈ, ਇਨਡਾਇਰੈਕਟ ਦੇ ਵਿੱਚ ਆਪਾਂ ਇਸ ਤਰ੍ਹਾਂ ਇਹਨੂੰ ਕੀ ਕਰਾਂਗੇ ਚੇਂਜ ਕਰਾਂਗੇ। ਇੱਕ ਮੋਡਲਸ ਦਾ ਜਿਹੜਾ ਮੋਡਲ ਨੂੰ ਕਿਵੇਂ ਚੇਂਜ ਕਰਾਂਗੇ, ਜਿਵੇਂ ਕੈਨ ਆ ਗਿਆ ਇਨਡਾਇਰੈਕਟ ਵਿੱਚ ਕੁੱਡ ਬਣ ਜੂ, ਉਹ ਸ਼ੈਲ ਦਾ ਕੀ ਬਣ ਜੂ ਸ਼ੁੱਡ ਬਣ ਜੂ, ਬਿਲ ਦਾ ਕੀ ਬਣ ਜੂ ਵੁੱਡ ਬਣ ਜੂ, ਮੇ ਦਾ ਕੀ ਬਣ ਜੂ ਮਾਈਟ। ਠੀਕ ਹੈ, ਡਾਇਰੈਕਟ ਦੇ ਵਿੱਚ ਇਹ ਚੀਜ਼ ਲਿਖੀ ਹੋਊਗੀ, ਇਨਡਾਇਰੈਕਟ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਲਿਖ ਦਾਂਗੇ। ਟਮਾਰੋ, ਟਮਾਰੋ ਨੂੰ ਆਪਾਂ ਇਨਡਾਇਰੈਕਟ ਕਰਾਂਗੇ ਕਿ ਅਗਲੇ ਦਿਨ ਦਾ ਨੈਕਸਟ ਡੇ। ਜਸਟ ਡੇ ਕਹਿੰਦਾ ਆਪਣਾ ਕੱਲ ਜਿਹੜਾ ਬੀਤ ਗਿਆ, ਉਹ ਕੀ ਆ ਪ੍ਰੀਵੀਅਸ ਡੇ। ਟੂ ਨਾਈਟ ਮਤਲਬ ਜਿਹੜੀ ਅੱਜ ਦੀ ਹੋ ਗਿਆ ਦੈਟ ਨਾਈਟ। ਨਾਓ ਦਾ ਮਤਲਬ ਹੁਣ ਦੈਨ, ਫਿਰ ਹੇਅਰ ਦਾ ਮਤਲਬ ਇੱਥੇ ਆਊਗਾ ਦੇਅਰ, ਦੀਜ਼ ਮਤਲਬ ਦੋਜ਼, ਦਿਸ ਦੈਟ। ਠੀਕ ਹੈ, ਦਿਸ ਤੇ ਦੈਟ ਦਾ ਕਿਵੇਂ ਲੱਗਦਾ ਹੁੰਦਾ ਜੀ, ਜਦੋਂ ਆਪਣੇ ਕੋਲ ਲਵੇ ਹੈ, ਜਿਵੇਂ ਆਪਣੇ ਹੱਥ 'ਚ ਆਈ ਚੀਜ਼ ਦਿਸ ਇਜ਼ ਏ ਪੈਨ। ਠੀਕ ਹੈ ਜੀ, ਜੇ ਉੱਥੇ ਪੈਨ ਕਿਤੇ ਹੋਰ ਪਿਆ ਹੋਊਗਾ ਦੈਟ ਪੈਨ। ਠੀਕ ਹੈ, ਦੂਰ ਦੀ ਚੀਜ਼ ਦਿਖਾਉਣਾ ਹੋਵੇ ਸਿੰਗੂਲਰ ਨੂੰ ਤਾਂ ਕੀ ਬੋਲਦੇ ਆਪਾਂ ਦੈਟ। ਤਾਂ ਹੁਣ ਆਪਾਂ ਨੇ ਇਹ ਚੀਜ਼ਾਂ ਦੇਖ ਲਈਆਂ ਜੀ।
ਤਾਂ ਤੁਹਾਨੂੰ ਉਸ ਤੋਂ ਬਾਅਦ ਕੀ ਦੱਸਿਆ ਸੀ, ਰਿਪੋर्टिंग ਵਰਬ ਹੈ ਪਹਿਲੀ, ਸੈਡ ਟੂ ਮੀ ਵਾਲੀ, ਸੇਜ਼ ਵਾਲੀ, ਟੈਲਸ ਵਾਲੀ, ਉਹ ਚੀਜ਼ ਆਪਾਂ ਦੇਖ ਲਈ। ਉਸ ਤੋਂ ਬਾਅਦ ਦੇਖ ਲਿਆ ਸੀ ਪ੍ਰੋਨਾਊਨ ਚੈੱਕ ਕਰ ਲਿਆ ਆਪਾਂ ਨੇ। ਤੀਸਰਾ ਚੈੱਕ ਕਰ ਲਿਆ ਆਪਾਂ ਨੇ ਜੀ ਇਨਵਰਟਡ ਕੋਮੇ, ਜਿਹਨੂੰ ਜਿਸਨੂੰ ਚੇਂਜ ਕਰਾਂਗੇ ਆਪਾਂ ਦੈਟ ਨਾਲ, ਠੀਕ ਹੈ। ਤਾਂ ਚੌਥੀ ਗੱਲ ਕੀ ਸੀ, ਟੈਂਸ ਦੀ, ਕਿ ਆਪਾਂ ਨੇ ਇੱਕ ਟੈਂਸ ਨੂੰ ਵੀ ਦੇਖਣਾ ਹੈਗਾ ਕਿ ਟੈਂਸ ਉਹ ਕਿਸ ਚੀਜ਼ 'ਚ ਹੈ। ਟੈਂਸ ਪ੍ਰੈਜੈਂਟ ਦੇ ਵਿੱਚ ਜਿਹੜੀ ਰਿਪੋਰਟਡ ਸਪੀਚ ਹੈਗੀ, ਮਤਲਬ ਜਿਹੜੀ ਆਹ ਚੀਜ਼ ਲਿਖੀ ਆਈ ਵਿਲ ਬੀ ਵੇਟਿੰਗ ਫॉर ਯੂ, ਇਹ ਕਿਸ ਚੀਜ਼ 'ਚ ਹੈਗੀ, ਪ੍ਰੈਜੈਂਟ ਦੇ ਵਿੱਚ ਹੈ, ਪਾਸਟ ਦੇ ਵਿੱਚ ਹੈ, ਠੀਕ ਹੈ, ਪਾਸਟ ਪਰਫੈਕਟ ਦੇ ਵਿੱਚ ਹੈ, ਕਿਸ ਦੇ ਵਿੱਚ ਹੈ, ਉਹ ਚੀਜ਼ ਟੈਂਸ ਨੂੰ ਕੀ ਚੈੱਕ ਕਰਾਂਗੇ। ਜੇ ਕਹਿੰਦੇ ਜੀ ਟੈਂਸ ਜਿਹੜਾ ਪ੍ਰੈਜੈਂਟ ਦੇ ਵਿੱਚ ਹੋਵੇ, ਠੀਕ ਹੈ, ਡਾਇਰੈਕਟ ਦੇ ਵਿੱਚ ਕੀ, ਡਾਇਰੈਕਟ ਸਪੀਚ ਦੇ ਵਿੱਚ ਜੇ ਪ੍ਰੈਜੈਂਟ ਦੇ ਵਿੱਚ ਹੈ ਤਾਂ ਉਹ ਅੱਗੇ ਜਾ ਕੇ ਬਣ ਜੂਗਾ ਜੀ ਇਨਡਾਇਰੈਕਟ ਵਿੱਚ ਸਿੰਪਲ ਪਾਸਟ ਬਣ ਜੂਗਾ। ਜੇ ਪ੍ਰੈਜੈਂਟ ਕੰਟੀਨਿਊਸ ਹੈ, ਠੀਕ ਹੈ, ਡਾਇਰੈਕਟ ਦੇ ਵਿੱਚ ਉਹ ਕੀ ਬਣ ਜੂਗਾ, ਪਾਸਟ ਕੰਟੀਨਿਊਸ। ਜੇ ਪ੍ਰੈਜੈਂਟ ਪਰਫੈਕਟ ਹੈ ਉਹ ਕੀ ਬਣ ਜੂ, ਪਾਸਟ ਪਰਫੈਕਟ। ਜੇ ਪ੍ਰੈਜੈਂਟ ਪਰਫੈਕਟ ਹੈ ਇਹ 'ਚ ਕੀ ਹੋਊਗਾ ਜੀ, ਪਾਸਟ ਪਰਫੈਕਟ ਕੰਟੀਨਿਊਸ, ਠੀਕ ਹੈ। ਇਹ ਡਾਇਰੈਕਟ ਇਨਡਾਇਰੈਕਟ। ਜੇ ਇਹੀ ਚੀਜ਼ਾਂ ਪਾਸਟ ਦੇ ਵਿੱਚ ਲਿਖੀਆਂ ਹੋਣ ਰਿਪੋਰਟਡ ਸਪੀਚ, ਤਾਂ ਸਿੰਪਲ ਪਾਸਟ ਹੋਊਗਾ ਤਾਂ ਉਹਨੂੰ ਕੀ ਕਰਾਂਗੇ ਆਪਾਂ, ਪਾਸਟ ਪਰਫੈਕਟ ਦੇ ਵਿੱਚ ਚੇਂਜ ਕਰਾਂਗੇ। ਜੇ ਪਾਸਟ ਕੰਟੀਨਿਊਸ ਹੋਊਗਾ ਉਹਨੂੰ ਕੀ ਕਰਾਂਗੇ, ਪਾਸਟ ਪਰਫੈਕਟ ਕੰਟੀਨਿਊਸ। ਤੁਹਾਨੂੰ ਤਾਂ ਹੀ ਇੱਕ ਗੱਲ ਦੱਸੀ ਸੀ, ਜਿਹੜੀ ਵੀ ਕੋਈ ਸਟੋਰੀ ਹੁੰਦੀ ਹੈ ਹਮੇਸ਼ਾ ਉਹ ਪਾਸਟ ਦੇ ਵਿੱਚ ਹੀ ਚੇਂਜ ਰਹੂਗੀ, ਠੀਕ ਹੈ ਜੀ। ਆਪਾਂ ਪਾਸਟ ਵਾਲੀ ਗੱਲ ਹੀ ਕਰਾਂਗੇ, ਜੇ ਕੋਈ ਆਪਾਂ ਕੋਈ ਕਹਾਣੀ ਸੁਣਾਉਣੀ ਹੈ, ਕੁਝ ਵੀ ਸੁਣਾਉਣਾ, ਆਪਾਂ ਪਾਸਟ ਦੇ ਵਿੱਚ ਹੀ ਕਰਾਂਗੇ ਉਹਨੂੰ ਸਾਰੀ ਗੱਲ। ਤਾਂ ਹੀ ਇਸ ਕਰਕੇ ਇਨਡਾਇਰੈਕਟ ਮਤਲਬ ਇਹ ਪਹਿਲਾਂ ਆਪਾਂ ਨੂੰ ਗੱਲ ਕੀ ਸੀ ਪ੍ਰੈਜੈਂਟ ਦੇ ਵਿੱਚ, ਉਹਨੇ ਇਹ ਸਾਰੀ ਪ੍ਰੈਜੈਂਟ ਦੇ ਵਿੱਚ ਗੱਲ ਕਰਤੀ ਸੀ ਆਪਣੀ, ਜਿਵੇਂ ਉਹ ਖੇਡਦਾ ਹੈਗਾ, ਖਾਂਦਾ ਹੈ, ਕੁਝ ਵੀ ਹੈ, ਉਹਨੂੰ ਦੱਸਣਾ ਆਪਾਂ, ਕਿਸੇ ਨੂੰ ਦੱਸਣਾ ਹੋਵੇ ਉਹ ਖਾਂਦਾ ਸੀ, ਠੀਕ ਹੈ, ਜਦੋਂ ਮੈਂ ਗਿਆ ਉੱਥੇ ਖਾਂਦਾ ਸੀ, ਤਾਂ ਪਾਸਟ ਦੇ ਵਿੱਚ। ਇਸ ਤਰ੍ਹਾਂ ਆਪਾਂ ਕੀ ਹਰ ਇੱਕ ਚੀਜ਼ ਜੇ ਦੱਸਣੀ ਹੋਵੇ ਕਿਸੇ ਨੂੰ ਉਹ ਪਾਸਟ ਦੇ ਵਿੱਚ ਹੋਊਗੀ। ਪਾਸਟ ਦੇ ਵਿੱਚ ਕਿਵੇਂ ਹੋਊਗੀ ਉਹ ਆਪਾਂ ਪ੍ਰੈਜੈਂਟ ਨੂੰ ਦੇਖ ਕੇ ਗੱਲ ਕਰਾਂਗੇ, ਕਿ ਉਹ ਪ੍ਰੈਜੈਂਟ ਪਰਫੈਕਟ ਦੀ ਗੱਲ ਕਰ ਰਿਹਾ ਸੀ ਤਾਂ ਪਾਸਟ ਪਰਫੈਕਟ ਦੇ ਵਿੱਚ ਕਹਾਂਗੇ ਉਸ ਚੀਜ਼ ਨੂੰ। ਜੇ ਸਿੰਪਲ ਪਾਸਟ ਸੀ ਆਪਾਂ ਨੂੰ ਪਾਸਟ ਪਰਫੈਕਟ ਵਿੱਚ ਕਰਾਂਗੇ। ਓਕੇ ਜੀ, ਉਮੀਦ ਹੈ ਇੱਥੇ ਤੱਕ ਤੁਹਾਨੂੰ ਕੁਝ ਪਤਾ ਲੱਗਿਆ ਹੋਊਗਾ। ਤਾਂ ਹੁਣ ਦੇਖੋ ਜੀ, ਆਹ ਚੀਜ਼ਾਂ ਇੱਕ ਸਟਰਕਚਰ ਹੈਗਾ, ਮਤਲਬ ਸੈਂਟੈਂਸ ਹੈਗਾ ਆਪਣਾ ਕਿਸੇ ਵੀ ਚੀਜ਼ ਨੂੰ, ਇੱਕ ਸਪੀਚ ਨੂੰ ਬਣਾਉਣ ਵਾਸਤੇ, ਡਾਇਰੈਕਟ ਸਪੀਚ ਨੂੰ। ਤਾਂ ਉਸ ਵਿੱਚ ਕੀ ਸੀ ਜੀ, ਪਹਿਲੀ ਗੱਲ ਸੀ ਇੱਥੇ ਤੱਕ ਲੈਣ ਤੱਕ ਆਪਣੀ ਜੀ ਰਿਪੋਰਟਿੰਗ ਵਰਬ, ਜਿਹਨੂੰ ਬੋਲਿਆ ਸੀ ਹੀ ਸੈਡ ਟੂ ਮੀ। ਉਸ ਤੋਂ ਬਾਅਦ ਕੋਮੇ ਜਾ ਕੇ ਸੀ, ਉਸ ਤੋਂ ਬਾਅਦ ਸਾਰੀ ਜੀ ਆਪਣੀ ਰਿਪੋਰਟਡ ਸਪੀਚ ਸੀ, ਇਨਵਰਟਡ ਕੋਮੇ ਕੇ ਬੰਦ ਕਰਕੇ ਆਪਾਂ ਫੁੱਲ ਸਟਾਪ ਯੂਜ਼ ਕੀਤਾ ਸੀ। ਤਾਂ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੇਖਣੀ ਚਾਹੀਦੀ ਹੈ ਉਸ ਦੇ ਵਿੱਚ। ਮੰਨ ਲਓ ਆਹ ਤੁਹਾਡੇ ਕੋਲ ਇੱਕ ਨਰੇਸ਼ਨ ਦੀ ਕੀ ਇੱਕ ਸੈਂਟੈਂਸ ਹੈਗਾ ਡਾਇਰੈਕਟ ਸਪੀਚ ਦਾ, ਤਾਂ ਉੱਥੇ ਕੀ ਚੈੱਕ ਕਰੋਗੇ, ਇੱਕ ਤਾਂ ਆਇਡੈਂਟੀਫਾਈ ਕਰੋਗੇ ਕਿ ਕਿਸ ਤਰ੍ਹਾਂ ਦਾ ਟੈਂਸ ਹੈਗਾ, ਉਹ ਪ੍ਰੈਜੈਂਟ ਦੇ ਵਿੱਚ ਹੈਗਾ, ਪਾਸਟ ਦੇ ਵਿੱਚ ਹੈਗਾ, ਪਾਸਟ ਪਰਫੈਕਟ ਦੇ ਵਿੱਚ ਹੈਗਾ, ਪਾਸਟ ਕੰਟੀਨਿਊਸ ਦੇ ਵਿੱਚ ਹੈ, ਕਿਸ ਦੇ ਵਿੱਚ ਹੈ, ਠੀਕ ਹੈ। ਉਸ ਤੋਂ ਚੈੱਕ ਕਰਾਂਗੇ ਆਪਾਂ ਚੇਂਜ ਕਰਾਂਗੇ ਰਿਪੋਰਟਿੰਗ ਵਰਬ ਨੂੰ, ਆਹ ਚੀਜ਼ ਨੂੰ ਕੀ ਕਰਾਂਗੇ, ਚੇਂਜ ਕਰਾਂਗੇ। ਜਿਹੜਾ ਹੀ ਟੋਲਡ ਮੀ ਸੀ ਆਪਾਂ ਲਿਖਿਆ ਸੀ, ਠੀਕ ਹੈ। ਉਸ ਤੋਂ ਬਾਅਦ ਕੀ ਕਰਾਂਗੇ, ਰਿਮੂਵ ਕਰਕੇ ਆਪਣੇ ਕੋਮਾ, ਠੀਕ ਹੈ, ਇਨਵਰਟਡ ਕੋਮੇ ਨੂੰ ਕੰਜੰਕਸ਼ਨ ਨਾਲ, ਕਿਹੜਾ ਕੰਜੰਕਸ਼ਨ ਆਪਣਾ ਦੈਟ, ਠੀਕ ਹੈ, ਕਿਹੜਾ ਜੀ ਦੈਟ। ਜਿੰਨਾ ਟਾਈਮ ਸਿੰਪਲ ਹੈ ਦੈਟ ਹੈ, ਜੇ ਕੋਈ ਕੁਐਸਚਨ ਮਾਰਕ ਹੈਗਾ ਉੱਥੇ ਆਪਾਂ ਇਫ ਜਾਂ ਵੈਦਰ ਲਾਵਾਂਗੇ। ਉਸ ਤੋਂ ਆਪਾਂ ਗੱਲ ਕੀਤੀ ਸੀ ਚੇਂਜ ਇਨ ਪ੍ਰੋਨਾਊਨ, ਮਤਲਬ ਇੱਥੇ ਆਈ ਸੀ ਉਹਨੂੰ ਪ੍ਰੋਨਾਊਨ ਨੂੰ ਕੀ ਕੀਤਾ ਸੀ, ਚੇਂਜ ਕੀਤਾ ਸੀ। ਫਿਫਥ ਬਣਾ ਤੁਹਾਡਾ ਜੀ ਚੇਂਜ ਇਨ ਟੈਂਸ, ਮਤਲਬ ਜੇ ਤੁਹਾਡਾ ਟੈਂਸ ਪਾਸਟ ਪ੍ਰੈਜੈਂਟ ਉੱਥੇ ਆ ਕੇ ਕੀ ਬਣ ਜੂ, ਇੱਥੇ ਆ ਕੇ ਉਹ ਪ੍ਰੈਜੈਂਟ ਨੂੰ ਕੀ ਬਣਾਵਾਂਗੇ ਆਪਾਂ, ਪਾਸਟ ਚ ਬਣਾਵਾਂਗੇ। ਸਿੰਪਲ ਜੇ ਪ੍ਰੈਜੈਂਟ ਹੈ ਤਾਂ ਸਿੰਪਲ ਪਾਸਟ, ਠੀਕ ਹੈ। ਜੇ ਸਿੰਪਲ ਪ੍ਰੈਜੈਂਟ ਕੰਟੀਨਿਊ ਹੈ ਤਾਂ ਉਹਨੂੰ ਕੀ ਕਰਾਂਗੇ, ਪਾਸਟ ਕੰਟੀਨਿਊਸ। ਛੇਵਾਂ ਜੀ ਤੁਹਾਡਾ ਜੀ ਚੇਂਜ ਆਫ ਸਪੈਸ਼ਲ ਵਰਡ, ਜਿਵੇਂ ਤੁਹਾਨੂੰ ਦੱਸਿਆ ਸੀ ਦਿਸ ਦਾ ਕੀ ਬਣ ਜੂ, ਦੈਟ ਬਣ ਜੂ। ਟਮਾਰੋ ਦਾ ਕੀ ਬਣ ਜੂ, ਦਾ ਨੈਕਸਟ ਡੇ ਬਣ ਜੂ, ਜਸਟਰਡੇ ਦਾ ਪ੍ਰੀਵੀਅਸ ਡੇ। ਇਸ ਤਰ੍ਹਾਂ ਸਪੈਸ਼ਲ ਵਰਡਸ ਲਿਖਦੇ ਹਨ। ਓਕੇ ਜੀ, ਤਾਂ ਇਹ 6 ਦੀਆਂ 6 ਚੀਜ਼ਾਂ ਤੁਸੀਂ ਦੇਖਣੀਆਂ ਨੇਗੀਆਂ। ਤਾਂ ਹੁਣ ਆਪਾਂ ਗੱਲ ਕਰਾਂਗੇ ਇੰਟੈਰੋਗੇਟਿਵ। ਇੰਟੈਰੋਗੇਟਿਵ ਮਤਲਬ ਕਿ ਜੇ ਪ੍ਰਸ਼ਨ ਵਾਚਕ ਤੁਹਾਡੇ ਜੀ ਉਹ ਜਿਹੜੇ ਸਪੀਚ ਹੈ ਆ ਜੇ ਤਾਂ ਉਹਨੂੰ ਕਿਵੇਂ ਆਪਾਂ ਲਿਖਾਂਗੇ। ਤਾਂ ਦੋ ਚੀਜ਼ਾਂ ਹੁੰਦੀਆਂ ਨੇ ਪ੍ਰਸ਼ਨ ਵਾਚਕ ਦੇ ਵਿੱਚ, ਜਾਂ ਤੁਹਾਨੂੰ ਉੱਥੇ ਹੈਲਪਿੰਗ ਵਰਬ ਲਿਖਿਆ ਹੋਊਗਾ ਜਿਵੇਂ ਇਜ, ਐਮ, ਆਰ, ਵਾਜ, ਵਰ, ਠੀਕ ਆ, ਹੈਜ, ਹੈਵ, ਹੈਡ, ਇਸ ਤਰ੍ਹਾਂ ਲਿਖ ਸਕਦੇ ਨੇ, ਜਾਂ ਕੈਨ, ਸ਼ੈਲ, ਵਿਲ, ਮੇ, ਇਸ ਤਰ੍ਹਾਂ ਵੀ ਆ ਸਕਦਾ ਹੈ, ਠੀਕ ਹੈ। ਓਕੇ ਜੀ, ਪਹਿਲਾ ਇੰਟੈਰੋਗੇਟਿਵ ਜੇ ਤੁਹਾਨੂੰ ਆਹ ਚੀਜ਼ਾਂ ਆ ਸਕਦੀਆਂ ਨੇ। ਦੂਸਰੇ 'ਚ ਤੁਹਾਨੂੰ ਡਬਲਯੂ ਟਾਈਪ ਦੇ ਆ ਸਕਦੇ, ਡਬਲਯੂ, ਵਾਈ, ਵੈਨ, ਵੇਅਰ, ਹਾਊ, ਇਸ ਤਰ੍ਹਾਂ ਵੀ ਆ ਸਕਦਾ। ਤਾਂ ਦੋ ਤਰ੍ਹਾਂ ਦੇ ਤੁਹਾਨੂੰ ਪਤਾ ਕੁਐਸਚਨ ਮਾਰਕ ਹੋ ਸਕਦੇ ਨੇ, ਮੋਡਲਸ ਨਾਲ ਵੀ ਹੋ ਸਕਦੇ ਨੇ, ਉਹ ਹੈਲਪਿੰਗ ਵਰਬ ਨਾਲ ਵੀ ਹੋ ਸਕਦੇ ਨੇ, ਇੱਕ WH ਨਾਲ। ਤੇ ਇਹਨਾਂ ਦੋਨਾਂ ਨੂੰ ਕੱਟ ਕੇ ਆਪਾਂ ਕੀ ਲਿਖਾਂਗੇ ਜੀ, ਠੀਕ ਹੈ ਜੀ, ਇਨਵਰਟਡ ਕੋਮੇ ਪਲੱਸ ਆਪਾਂ ਹੈਲਪਿੰਗ ਵਰਬ ਨੂੰ ਕੱਟ ਕੇ ਕੀ ਲਿਖਾਂਗੇ ਉੱਥੇ ਜੀ, ਇਫ, ਠੀਕ ਹੈ। ਕੀ ਲਿਖਾਂਗੇ, ਇਫ ਜਾਂ ਵੈਦਰ। ਕੀ ਲਿਖਾਂਗੇ ਜੀ, ਜਾਂ ਇਫ ਲਿਖਾਂਗੇ ਜਾਂ ਵੈਦਰ।
ठीक है। बट जो WH टाइप है ਉਹਨੂੰ ਉਸੇ ਤਰ੍ਹਾਂ ਹੀ ਰੱਖਾਂਗੇ ਆਪਾਂ, ठीक है। ਜਿਵੇਂ ਇੱਥੇ WH ਬਾਈ ਆ ਜਾਂਦਾ, ਇੱਥੇ ਬਾਈ ਦਾ ਬਾਈ ਲੱਗਿਆ ਰਹੂਗਾ, ਉੱਥੇ ਆਪਾਂ ਇਫ ਤੇ ਵੈਦਰ ਨਹੀਂ ਯੂਜ਼ ਕਰਾਂਗੇ, ਤਾਂ ਇਸ ਕਰਕੇ ਲਿਖਿਆ ਇੱਥੇ ਨੋਟ ਚੇਂਜ, ਠੀਕ ਹੈ। ਇੱਥੇ ਆਪਾਂ ਚੇਂਜ ਕਰਤਾ ਇਹਨਾਂ ਨੂੰ ਇਫ ਨਾਲ, ਕਿਉਂਕਿ ਇੱਥੇ ਦੈਟ ਨਹੀਂ ਲੱਗਦਾ, ਕਿਉਂਕਿ ਆਪਾਂ ਨੇ ਇਫ ਲਾਤਾ ਇੱਥੇ, ਠੀਕ ਹੈ। ਦੈਟ ਨੂੰ ਰਿਪਲੇਸ ਕਰਤਾ ਇੱਥੇ, ਜੇ ਇੰਟੈਰੋਗੇਟਿਵ ਮਤਲਬ ਪ੍ਰਸ਼ਨ ਬਚ ਗਿਆ ਤਾਂ ਉੱਥੇ ਇਫ ਜਾਂ ਵੈਦਰ ਲੱਗੂਗਾ, ਦੈਟ ਨਹੀਂ ਲੱਗਦਾ। ਜੇ WH ਨਾਲ ਹੈਗਾ ਮਤਲਬ ਵੈਨ ਵੇਅਰ ਇਸ ਤਰ੍ਹਾਂ ਹੈਗਾ, ਫਿਰ ਆਪਾਂ ਉਹੀ ਸੇਮ ਐਜਿਟ ਉੱਥੇ ਲਿਖਾਂਗੇ। ਤਾਂ ਇਹਨਾਂ ਨੇ ਬੋਲਤਾ ਹੀ ਸੈਡ ਟੂ ਮੀ ਆਰ ਯੂ ਫਾਈਨ, ਠੀਕ ਹੈ। ਹੀ ਸੈਡ ਟੂ ਮੀ ਆਰ ਯੂ ਫਾਈਨ, ਆਪਣੇ ਸੈਡ ਟੂ ਨੂੰ ਚੇਂਜ ਕਰਤਾ ਜੀ, ਕਿਉਂਕਿ ਕੁਐਸਚਨ ਪੁੱਛੇਗਾ ਆਪਣੇ, ਤਾਂ ਇੱਥੇ ਕੀ ਲਿਖਿਆ ਜੀ ਆਸਕਡ ਦਿੱਤਾ ਜੀ, ਠੀਕ ਹੈ ਜੀ। ਉੱਥੇ ਆਪਾਂ ਦੱਸਿਆ ਸੀ ਕਿਸੇ ਨੂੰ, ਇੱਥੇ ਕਿਸੇ ਨੂੰ ਕੁਐਸਚਨ ਪੁੱਛਿਆ ਹੈ ਸੈਡ, ਤਾਂ ਆਪਾਂ ਕੀ ਕਰਤਾ ਚੇਂਜ ਕਰਤਾ ਆਸਕਡ ਮੀ, ਹੀ ਆਸਕਡ ਮੀ, ਠੀਕ ਹੈ ਜੀ। ਇਨਵਰਟਡ ਕੋਮੇ ਖਤਮ ਕਰਤੇ ਆਪਣੇ, ਆਰ ਖਤਮ ਕਰਕੇ ਲਿਖਤਾ ਇੱਥੇ ਇਫ, ਠੀਕ ਹੈ। ਉਸ ਤੋਂ ਆਪਾਂ ਇਹ ਜਿਹੜਾ ਯੂ ਹੈ ਪ੍ਰੋਨਾਉਨ ਹੈ, ਆਪਾਂ ਨੂੰ ਪਤਾ ਸੈਕਿੰਡ ਪਰਸਨ ਹੈਗਾ, ਸਾਨੂੰ ਸੈਕਿੰਡ ਪਰਸਨ ਦੱਸਿਆ ਸੀ ਆਬਜੈਕਟ ਨਾਲ ਚੇਂਜ ਹੋਊਗਾ। ਆਬਜੈਕਟ ਇਹ ਸਬਜੈਕਟ ਹੈਗਾ, ਇਹ ਕੀ ਆਪਣਾ ਆਬਜੈਕਟ, ਠੀਕ ਹੈ। ਯੂ ਮੀ ਨਾਲ ਚੇਂਜ ਹੋਣਾ, ਇੱਧਰ ਆ ਕੇ ਮੀ ਕੀ ਬਣ ਜੂ ਆਈ, ਠੀਕ ਹੈ, ਕੀ ਬਣ ਜੂ ਆਈ। ਤੁਹਾਨੂੰ ਦੱਸਿਆ ਇਹ ਕੀ ਹੈ ਆਰ ਯੂ ਫਾਈਨ, ਮਤਲਬ ਕਿ ਆਪਾਂ ਆਇਡੈਂਟੀਫਾਈ ਕਰ ਲਿਆ ਇੱਕ ਜਿਹੜਾ ਪ੍ਰੈਜ਼ੈਂਟ ਟੈਂਸ ਹੈਗਾ। ਆਰ ਯੂ ਫਾਈਨ ਮਤਲਬ ਕਿ ਇੱਕ ਪ੍ਰੈਜ਼ੈਂਟ ਟੈਂਸ ਦੀ ਗੱਲ ਹੋ ਰਹੀ ਹੈਗੀ, ਇਸ ਕਰਕੇ ਇਹਨੂੰ ਪਾਸਟ ਟੈਂਸ ਦੇ ਵਿੱਚ ਚੇਂਜ ਕੀਤਾ ਹੈਗਾ। ਆਈ ਆਰ ਦਾ ਕੀ ਬਣ ਗਿਆ ਉਰੇ, ਪਾਸਟ ਦੇ ਵਿੱਚ ਵਾਜ, ਫਾਈਨ ਦਾ ਕੀ ਰਹਿ ਗਿਆ ਫਾਈਨ, ਠੀਕ ਹੈ। ਹੀ ਆਸਕਡ ਮੀ ਇਫ ਆਈ ਵਾਜ ਫਾਈਨ, ਓਕੇ ਜੀ। ਤਾਂ ਸੈਕਿੰਡ ਦੇਖਦੇ ਆਪਾਂ WH ਨਾਲ, ਹੀ ਸੈਡ ਟੂ ਮੀ ਵੇਅਰ ਆਰ ਯੂ ਗੋਇੰਗ, ਕੀ ਲਿਖਿਆ ਜੀ ਹੀ ਸੈਡ ਟੂ ਮੀ ਵੇਅਰ ਆਰ ਯੂ ਗੋਇੰਗ, ਇੱਥੇ ਲਿਖਿਆ ਦੇਖੋ ਜੀ ਰਿਪੋਰਟਿੰਗ ਵਰਬ ਦੇ ਵਿੱਚ ਹੀ ਆਸਕਡ ਮੀ, ਠੀਕ ਹੈ। ਚੇਂਜ ਕਰ ਲਿਆ ਆਪਾਂ ਨੇ, ਇਨਵਰਟਡ ਕੋਮੇ ਤੇ ਵੇਅਰ ਹੈ, ਤੁਹਾਨੂੰ ਦੱਸਤਾ ਇੱਥੇ ਇਫ ਲੱਗਿਆ ਸੀ, ਇੱਥੇ ਵੇਅਰ ਦਾ ਵੇਅਰ ਲੱਗਿਆ, ਕਿਉਂਕਿ ਨੋ ਚੇਂਜਸ, ਕੋਈ ਚੇਂਜ ਨਹੀਂ ਕਰਨਾ ਆਪਾਂ, ਕੋਈ ਇਫ ਨਹੀਂ ਲਾਉਣਾ, ਕੋਈ ਵੈਦਰ ਨਹੀਂ ਲਾਉਣਾ, ਇਸ ਕਰਕੇ ਵੇਅਰ ਦਾ ਕੀ ਲੱਗਿਆ ਜੀ ਵੇਅਰ ਕੰਜੰਕਸ਼ਨ ਹੈ ਵੀ, ਜਿਵੇਂ ਇੱਥੇ ਕੰਜੰਕਸ਼ਨ ਸੀ ਇੰਟੈਰੋਗੇਟਿਵ ਇਫ ਤੇ ਵੈਦਰ ਜੋੜਦੇ ਸੀ, ਇਸ ਤਰ੍ਹਾਂ ਇੱਥੇ ਕੀ ਹੈ ਵੇਅਰ ਹੈ। ਆਰ ਦਾ ਜੂ ਇੱਥੇ ਆ ਗਿਆ, ਜੂ ਆਪਾਂ ਆਬਜੈਕਟ ਕਿਹੜਾ ਹੈ ਆਪਣਾ ਮੀ, ਮੀ ਨੂੰ ਕਰਾਂਗੇ ਇੱਥੇ ਆਈ, ਆਰ ਦਾ ਕੀ ਬਣ ਗਿਆ ਵਾਜ਼, ਗੋਇੰਗ ਦਾ ਗੋਇੰਗ ਲੱਗਿਆ ਰਹੇਗਾ। ਹੀ ਆਸਕਡ ਮੀ ਵੇਅਰ ਆਰ ਵਾਜ਼ ਗੋਇੰਗ, ਠੀਕ ਹੈ ਜੀ। ਆਪਾਂ ਹੁਣ ਦੋ ਕੁਐਸਚਨ ਕਰਦੇ ਹਾਂ ਇਹਦੇ ਨਾਲ। ਕੁਐਸਚਨ ਇੱਕ ਪਤਾ ਉਹਨਾਂ ਨੇ ਜੀ ਆਈ ਸੈਡ ਟੂ ਹਿਮ, ਠੀਕ ਹੈ। ਆਈ ਸੈਡ ਟੂ ਹਿਮ ਵੇਅਰ ਹੈਵ ਯੂ ਲੋਸਟ ਦਾ ਪੈਨ, ਵੇਅਰ ਹੈਵ ਯੂ ਲੋਸਟ ਦਾ ਪੈਨ, ਆਈ ਵਾਊਟ ਫॉर यू yesterday, ठीक है। I bought your for you yesterday, ਤਾਂ ਆਪਾਂ ਨੇ ਪਹਿਲਾਂ ਤਾਂ ਆ ਚੀਜ਼ ਚੇਂਜ ਕਰਨੀ ਹੈ, ਠੀਕ ਹੈ। ਪਹਿਲੀ ਪਹਿਲੇ ਜੀ he I said to him, ਦੇਖੋ I asked him, I asked him ਸਾਰੇ ਚ ਹੈ, ਇੱਥੇ ਤੱਕ ਸਾਰੇ ਠੀਕ ਨੇ। ਉਸ ਦਾ ਬੇਅਰ ਦੇਖਿਆ, ਬੇਅਰ ਵੀ ਸਾਰੇ ਠੀਕ ਨੇ ਜੀ, ਠੀਕ ਹੈ। ਇੱਥੇ ਤੱਕ ਸਾਰੇ ਠੀਕ ਨੇ ਨਹੀਂ, ਠੀਕ ਹੈ। ਇੱਥੇ ਤੱਕ ਸਾਰੇ ਸੀ ਕੀ ਸੀ, ਠੀਕ ਹੈ। ਇੱਥੇ ਸੀ ਜੀ ਆਈ ਸੈਡ ਟੂ ਹਿਮ, ਵੇਅਰ ਤੱਕ ਸਾਰੇ ਓਕੇ ਨੇ, ਚਾਰੇ ਦੇ ਚਾਰੇ ਆਪਸ਼ਨ ਆਪਾਂ ਕਹਿੰਦੇ ਠੀਕ ਹੈ ਇੱਥੇ ਤੱਕ। ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਜੀ ਪ੍ਰੋਨਾਉਨ ਦੇਖਾਂਗੇ ਆਪਾਂ, ਯੂ ਨਾਲ ਕੀ ਲੱਗਾ ਜੀ ਸੈਕਿੰਡ ਪਰਸਨ, ਇਸ ਕਰਕੇ ਹਿਮ ਨੂੰ ਦੇਖਾਂਗੇ। ਯੂ ਦਾ ਕੀ ਬਣ ਜੂ, ਹੀ ਦਾ ਕੀ, ਹਿਮ ਦਾ ਕੀ ਹੁੰਦਾ ਜੀ ਹੀ, ਤਾਂ ਹੀ ਤੱਕ ਵੀ ਸਾਰੇ ਠੀਕ ਨੇ ਜੀ, ਠੀਕ ਹੈ। ਇੱਥੇ ਗਲਤ ਹੋ ਗਈ, ਆਪਾਂ ਚੌਥਾ ਗਲਤ ਹੋ ਗਿਆ, ਕਿਉਂਕਿ ਹੀ ਕੀ ਹੈ ਬਾਅਦ ਚ ਆ ਗਿਆ, ਇਸ ਕਰਕੇ ਪਹਿਲਾਂ ਤਾਂ ਆਪਾਂ ਡੀ ਆਪਸ਼ਨ ਨੂੰ ਗਲਤ ਕੀਤਾ, ਆਪਣੇ ਕੋਲ ਰਹਿ ਗਏ ਤਿੰਨ ਨੇ, ਠੀਕ ਹੈ ਜੀ। ਤਾਂ ਤਿੰਨ ਰਹਿ ਗਏ। ਉਸ ਤੋਂ ਬਾਅਦ ਦੇਖੋ ਜੀ ਤੁਹਾਨੂੰ ਦੱਸਿਆ ਸੀ ਇਹ ਕੀ ਇੱਕ ਪਾਸਟ ਪਰਫੈਕਟ ਦੇ ਚੇਂਜ ਕਿਉਂ ਹੋਊਗਾ, ਕਿਉਂਕਿ ਇੱਥੇ ਹੈਵ ਲੋਸਟ ਹੈ, ਤੁਹਾਨੂੰ ਦੱਸਿਆ ਜਦੋਂ ਹੈਜ ਹੈਵ ਨਾਲ ਲੱਗ ਜੇ ਥਰਡ ਫਾਰਮ ਕੀ ਬਣ ਜਾਂਦਾ ਹੋਈ ਪ੍ਰੈਜ਼ੈਂਟ ਪਰਫੈਕਟ। ਤਾਂ ਆਪਾਂ ਗੱਲ ਕਰਕੇ ਆਏ ਜੇ ਪ੍ਰੈਜ਼ੈਂਟ ਪਰਫੈਕਟ ਹੈ ਕੱਚ ਚੇਂਜ ਹੋ ਜਾਊਗਾ ਜੀ ਪਾਸਟ ਪਰਫੈਕਟ ਵਿੱਚ। ਤਾਂ ਪਰਫੈਕਟ ਜਿਹੜਾ ਪਾਸਟ ਹੈ ਉਸ ਦੇ ਵਿੱਚ ਕੀ ਲੱਗਿਆ ਉਹ ਹੈਡ ਲੱਗਿਆ, ਸਾਰਿਆਂ ਦਾ ਹੈਡ ਲਾਤਾ ਉੱਥੇ। ਥਰਡ ਫਾਰਮ ਤੁਹਾਨੂੰ ਪਤਾ ਹੈ ਲੋਸਟ ਲੱਗ ਗਈ, ਠੀਕ ਹੈ ਜੀ। ਦਾ ਪੈਨ ਠੀਕ ਹੈ ਓਕੇ ਇਸ ਤੱਕ, ਆਈ ਤੱਕ ਠੀਕ ਹੈ ਉੱਥੇ। ਬਟ ਇੱਥੇ ਕੀ ਲਿਖਿਆ ਹੈ ਜੀ ਹੈਵ ਬਰਾਊਟ, ਕਿਉਂਕਿ ਆਪਾਂ ਨੂੰ ਪਤਾ ਹੈਵ ਬਰਾਊਟ ਆਉਂਦਾ ਨਹੀਂ, ਕਿਉਂਕਿ ਆਪਾਂ ਸਾਰੀ ਗੱਲ ਪਾਸਟ ਦੇ ਵਿੱਚ ਕਰ ਲਈ, ਤਾਂ ਇੱਥੇ ਹੈਵ ਨਹੀਂ ਆਉਂਦਾ, ਕੀ ਆਊਗਾ ਹੈਡ ਆਊਗਾ ਜੇ ਆਇਆ, ਠੀਕ ਹੈ। ਇਸ ਕਰਕੇ ਇਹ ਵੀ ਗਲਤ ਹੋ ਗਈ, ਠੀਕ ਹੈ। ਤਾਂ ਆਈ ਹੈਡ ਵਾਊਟ, ਆਈ ਹੈਵ ਬਰਾਊਟ ਇਹ ਵੀ ਇੱਥੇ ਤੱਕ ਠੀਕ ਹੈ। ਫੋਰ ਹਿਮ ਇਹ ਵੀ ਠੀਕ ਹੈ ਇੱਥੇ ਤੱਕ,
ਤਾਂ ਦੇਖੋ ਸਪੈਸ਼ਲ ਵਰਡ ਤੇ ਦਿੱਕਤ ਆ ਗਈ, ਆ ਦੋਨਾਂ ਦੇ ਵਿੱਚ ਕੀ ਚੀਜ਼ ਰਹਿ ਗਈ ਜੀ, ਸਪੈਸ਼ਲ ਵਰਡ। ਇੱਥੇ ਜਸਟਡੇ, ਕਿਉਂਕਿ ਜਸਟਡੇ ਆਉਂਦਾ ਨਹੀਂ, ਠੀਕ ਹੈ। ਇੱਕ ਇੱਥੇ ਗਲਤੀ ਹੋ ਗਈ ਸੀ ਆਪਣੀ, ਇੱਕ ਇੱਥੇ, ਦੋ ਰਹਿ ਗਏ ਸੀ ਨਾ ਆਪਣੇ ਕੋਲ ਆਪਸ਼ਨ ਆਈ। ਤਾਂ ਦੋ ਦੇ ਵਿੱਚ ਆਪਾਂ ਜਿਹੜੀ ਚੀਜ਼ ਚੁਣੀ ਆਈ, ਇੱਥੇ ਗਲਤੀ ਰਹਿ ਗਈ ਜੀ ਉਹ ਜਸਟਡੇ। ਜਸਟਡੇ ਨੂੰ ਕੀ ਚੇਂਜ ਕਰਨਾ ਸੀ ਆਪਣੇ, ਦਾ ਪ੍ਰੀਵੀਅਸ ਡੇਜ਼। ਇਸ ਕਰਕੇ ਉੱਪਰਲਾ ਵੀ ਗਲਤ ਹੋ ਗਿਆ, ਦੂਜਾ ਵੀ ਗਲਤ ਹੋ ਗਿਆ, ਚੌਥਾ ਵੀ ਗਲਤ, ਤੀਜਾ ਕਿਹੜਾ ਹੋ ਗਿਆ ਆਪਣਾ ਜੀ, ਠੀਕ ਹੈ। ਇਸ ਤਰ੍ਹਾਂ ਹੀ said to us, why are you all sitting about there doing nothing। ਇੱਥੇ ਕੀ ਜੂਗਾ, ਅਸ ਤੱਕ ਸਾਰੇ ਠੀਕ ਨਹੀਂ, ਬਾਏ ਦਾ ਬਾਏ ਲੱਗਿਆ ਰਹਿ ਗਿਆ ਜੀ, ਆਰ ਨਾਲ ਇਹ ਕੱਟਿਆ ਗਿਆ, ਇਹ ਆਉਂਦੇ ਨਹੀਂ ਸੀ। ਯੂ ਕੀ ਚੀਜ਼ ਹੋਊਗਾ, ਅਸ ਨੂੰ, ਅਸ ਕੀ ਚੀਜ਼ ਹੁੰਦਾ ਜੀ, ਵੀ ਤੇ ਅਸ, ਠੀਕ ਹੈ। ਬੀ ਬਣ ਜੂ, ਆਰ ਦਾ ਕੀ ਬਣ ਜੂ, ਇੱਥੇ ਵਰ ਬਣ ਜੂਗਾ, ਠੀਕ ਹੈ। ਇੱਥੇ ਵਰ ਬਣ ਜੂਗਾ ਜੀ, ਆਲ ਸੀਟਿੰਗ ਅਬਾਊਟ, ਠੀਕ ਹੈ। ਕੀ ਬਣ ਜੂ ਉਸ ਤੋਂ ਬਾਅਦ ਦੀ, ਡੂਇੰਗ ਨਥਿੰਗ। ਇੱਥੇ ਵਰ, ਆ ਤੀਸਰਾ ਆਪਸ਼ਨ ਠੀਕ ਹੋਊਗਾ, ਬਾਏ। ਕੋਈ ਤੀਸਰੀ ਆਪਸ਼ਨ ਠੀਕ ਹੈ ਜੀ। ਪਹਿਲਾਂ ਤਾਂ ਆਰ ਸੀ, ਇਹ ਕੱਟਿਆ ਗਿਆ ਆਪਣਾ, ਇੱਥੇ ਵਾਈ ਨਾਲ ਵਰ ਲੱਗ ਗਿਆ, ਇਹ ਵੀ ਕੱਟਿਆ ਗਿਆ, ਕਿਉਂਕਿ ਪ੍ਰਨਾਉਨ ਆਉਣਾ ਸੀ ਪਹਿਲਾਂ ਨਾਲ। ਇੱਥੇ ਵੀ ਆਰ ਆਉਂਦੇ ਨਹੀਂ, ਵੀ ਆਰ ਨਾਲ, ਠੀਕ ਹੈ। ਕਿਉਂਕਿ ਵੀ ਨਾਲ ਕੀ ਲੱਗੂਗਾ, ਹਮੇਸ਼ਾ ਸੈਕਿੰਡ ਫਾਰਮ ਆਪਾਂ ਪਾਸਟ ਚੇਂਜ ਕਰਾਂਗੇ ਸਿੰਪਲ ਪ੍ਰੈਜ਼ੈਂਟ ਨੂੰ, ਤਾਂ ਇੱਥੇ ਕੀ ਲੱਗੂ ਜੀ, ਵੀ ਨਾਲ ਵਰ ਲੱਗੂ। ਤਾਂ ਇਸ ਕਰਕੇ ਆਪਾਂ ਨੂੰ ਪਤਾ ਲੱਗ ਗਿਆ ਇਹ ਸੀ ਕੀ ਆਪਸ਼ਨ ਠੀਕ ਆਪਣੀ, ਬਾਕੀ ਤਿੰਨੇ ਕੀ ਨੇ ਜੀ, ਰੋਂਗ ਨੇ, ਠੀਕ ਹੈ ਜੀ। ਫੋਰਥ ਹੈ ਜੀ ਤੁਹਾਡਾ, ਦਾ ਟੇਲਰ ਸੈਡ ਟੂ ਹਿਮ, ਆਸਕਡ ਹਿਮ ਤੱਕ ਸਾਰੇ ਠੀਕ ਨੇ ਜੀ। ਦੈਟ ਲੱਗਦਾ ਨਹੀਂ, ਤੁਹਾਨੂੰ ਪਤਾ ਕਿਉਂਕਿ ਬਿੱਲ ਆ ਗਿਆ, ਇਸ ਕਰਕੇ ਪਹਿਲਾਂ ਹੀ ਖਤਮ ਕਰਤੇ ਦੋਨੇ। ਤਾਂ ਇਫ ਲੱਗੂ ਜਾਂ ਵੈਦਰ ਲੱਗੂ, ਠੀਕ ਹੈ। ਬਿੱਲ ਤੁਹਾਨੂੰ ਦੱਸਿਆ ਮੋਡਲ ਹੋਵੇ ਚਾਹੇ, ਇੱਥੇ ਕੀ ਸੀ ਪਹਿਲਾਂ ਜੀ, ਇੱਥੇ W ਟਾਈਪ ਸੀ ਸਾਰੇ ਤੁਹਾਡੇ ਦੋਨੇ, ਠੀਕ ਹੈ ਜੀ। ਇੱਥੇ ਕੀ ਬਿੱਲ ਨਾਲ ਲਾਤਾ, ਤਾਂ ਜਿਹੜਾ ਜੂ ਆ ਚੀਜ਼ ਹੀ ਬਣ ਜੂਗਾ, ਠੀਕ ਹੈ। ਹਿਮ ਨੂੰ ਕੀ ਬਣਾਵਾਂ ਆਪਾਂ, ਹੀ। ਬਿੱਲ ਕੀ ਬਣ ਜੂ ਅੱਗੇ ਜੀ, ਬਿੱਲ ਦਾ ਕੀ ਹੁੰਦਾ, ਵਰਡ ਤੁਹਾਨੂੰ ਦੱਸਿਆ ਸੀ, ਕਿਉਂਕਿ ਇੱਥੇ ਬਿੱਲ ਲੱਗ ਗਿਆ, ਹੀ ਬਿੱਲ, ਇਸ ਕਰਕੇ ਆਪਾਂ ਨੂੰ ਅੱਗੇ ਦੇਖਣ ਦੀ ਲੋੜ ਹੀ ਨਹੀਂ। ਤਿੰਨੇ ਗਲਤ ਹੋ ਗਏ, ਚੌਥਾ ਰਹਿ ਗਿਆ ਆਪਣਾ ਜਿਹੜਾ ਠੀਕ ਹੈ। ਟਮਾਰੋ ਨੂੰ ਕੀ ਬਣਾਇਆ, ਇੱਥੇ ਦੇਖੋ, ਬਾਈ ਟਮਾਰੋ ਕੀ ਬਣ ਗਿਆ ਇੱਥੇ, ਨੈਕਸਟ, ਦਾ ਨੈਕਸਟ ਇਵਨਿੰਗ, ਓਕੇ ਜੀ। ਉਸ ਤੋਂ ਚੌਥਾ ਜੀ ਦੇਖੋ, ਆਰਜੂ ਦਾ ਸੇਮ ਪਰਸਨ ਆਈ ਮੈਟ ਇਨ ਦਾ ਪਾਰਕ ਆਈ ਆਸਕਡ, ਠੀਕ ਹੈ। ਚਾਹੇ ਰਿਪੋਰਟਿਵ ਜਿਹੜਾ ਸਪੀਚ ਹੈ ਪਹਿਲਾਂ ਆ ਜੇ, ਬਾਅਦ ਚ ਰਿਪੋਰਟਿੰਗ ਵਰਬ ਆ ਜੇ, ਜਿਵੇਂ ਇੱਥੇ ਲਿਖਿਆ ਇਹਨਾਂ ਨੇ ਰਿਪੋਰਟਿੰਗ ਵਰਬ ਬਾਅਦ ਚ ਦਿੱਤੀ, ਰਿਪੋਰਟਡ ਸਪੀਚ ਪਹਿਲਾਂ ਦਿੱਤੀ, ਠੀਕ ਹੈ। ਪਹਿਲਾਂ ਗੱਲ ਦੱਸ ਦਈਏ, ਫਿਰ ਉਹਨੂੰ ਕਿਹਾ ਕਿ ਉਹਨੇ ਕਿਹਾ ਸੀ, ਐਵੇਂ ਪਹਿਲਾਂ ਗੱਲ ਸੁਣਾ ਦਈਏ ਆਪਾਂ, ਫਿਰ ਕਹਿੰਦੇ ਕਿ ਇਹ ਚੀਜ਼ ਉਹਨੇ ਕਹੀ ਸੀ, ਠੀਕ ਹੈ। ਪਹਿਲਾਂ ਜਿਹੜੀ ਆਹ ਚੀਜ਼ ਸੀ ਉਹਨੇ ਮੈਨੂੰ ਕਿਹਾ, ਫਿਰ ਆਪਾਂ ਗੱਲ ਸੁਣਾਈਏ, ਇਹ ਚੀਜ਼ ਸੀ। ਇਹਨੂੰ ਆਪਾਂ ਚੇਂਜ ਕਰ ਰਹੇ ਹਾਂ, ਆਈ ਆਸਕਡ ਦਾ ਸਟ੍ਰੇਂਜਰ, ਕੋਈ ਵੀ ਲਾ ਸਕਦੇ ਤੁਸੀਂ, ਸਟ੍ਰੇਂਜਰ ਆਪਾਂ ਨਾਮ ਦੇਤਾ, ਠੀਕ ਹੈ ਜੀ। ਕਿਉਂਕਿ ਇੱਥੇ ਛੱਡਤੀ ਖਾਲੀ, ਆਪਾਂ ਨਾਮ ਜੂ ਕੁਛ ਵੀ ਲਾ ਸਕਦੇ ਤੁਸੀਂ, ਆਈ ਆਸਕਡ, ਠੀਕ ਹੈ। ਬਾਜ ਤਾਂ ਆਉਂਦਾ ਨਹੀਂ ਸੀ, ਇਸ ਕਰਕੇ ਪਹਿਲੀ ਗਲਤ ਕਰਤਾ ਆਪਾਂ ਇੱਕ, ਤਾਂ ਆਈ ਆਸਕਡ ਸਟ੍ਰੇਂਜਰ ਤਿੰਨੇ ਸੀ। ਉਸ ਤੋਂ ਬਾਅਦ ਕੀ ਚੈੱਕ ਕਰਨਾ ਹੈ ਆਪਣੇ, ਜੂ ਕਰਨਾ ਚੇਂਜ ਹੋਊਗਾ ਸਟ੍ਰੇਂਜਰ ਨਾਲ, ਠੀਕ ਹੈ। ਤਾਂ ਉੱਥੇ ਕੀ ਲੱਗ ਜੂਗਾ ਜੀ, ਹੀ ਵਾਲਾ ਸਿਸਟਮ ਨਾ ਜੀ, ਕਿਉਂਕਿ ਆਈ ਤਾਂ ਲੱਗਦਾ ਨਹੀਂ ਜੂ ਨਾਲ, ਮੈਨੂੰ ਤਾਂ ਆਪਦੇ ਆਪ ਕਿਹਾ ਨਹੀਂ ਉਹਨੇ, ਕਿਸੇ ਨੂੰ ਆਪਾਂ ਕਿਹਾ, ਮੈਂ ਕਿਹਾ ਕਿਸੇ ਨੂੰ, ਇਸ ਕਰਕੇ ਹੀ, ਠੀਕ ਹੈ। ਉਸ ਤੋਂ ਆਰ ਦੀ ਥਾਂ ਤੇ ਕੀ ਲੱਗੂ ਰੇ ਜੀ, ਹੀ ਨਾਲ ਕੀ ਲੱਗਦਾ ਹੁੰਦਾ, ਬਾਜ ਲੱਗੂਗਾ। ਇੱਥੇ ਕੀ ਹੈ ਜੀ, ਇੱਥੇ ਕੀ ਹੈ, ਹੀ ਨਾਲ ਬਾਜ ਲੱਗਿਆ, ਉਰੇ ਵੀ ਹੀ ਨਾਲ ਕੀ ਲੱਗਿਆ ਜੀ, ਬਾਜ ਲੱਗਿਆ, ਇੱਥੇ ਤੱਕ ਠੀਕ ਹੋ ਗਿਆ। ਦਾ ਸੇਮ ਪਰਸਨ, ਠੀਕ ਹੈ ਸਾਰੇ, ਇੱਥੇ ਵੀ ਦਾ ਸੇਮ ਪਰਸਨ। ਤਾਂ ਆਈ ਮੈਟ, ਇੱਥੇ ਕੀ ਸੈਕਿੰਡ ਫਾਰਮ ਦੱਸਿਆ ਜੇ ਪਾਸਟ ਕੀ ਹੈ, ਇਹ ਸਿੰਪਲ ਪਾਸਟ ਹੈ, ਇਹਨੂੰ ਕੀ ਚੀਜ਼ ਚੇਂਜ ਕਰਾਂ ਆਪਾਂ ਜੀ, ਬਦਲਾਂ ਕੀ ਚਾਹੀਏ ਇਹਨੂੰ, ਸਿੰਪਲ ਪਾਸਟ ਨੂੰ ਕੀ ਚੀਜ਼ ਬਦਲਾਂਗੇ ਜੀ, ਪਾਸਟ ਪਰਫੈਕਟ ਦੇ ਵਿੱਚ ਕੀ ਚੇਂਜ ਕਰਾਂਗੇ ਜੀ, ਜੇ ਪਾਸਟ ਹੈਗਾ ਤਾਂ ਪਾਸਟ ਪਰਫੈਕਟ ਦੇ ਵਿੱਚ ਚੇਂਜ ਕਰਾਂਗੇ ਇਹਨੂੰ, ਠੀਕ ਹੈ ਜੀ। ਇੱਥੇ ਆਈ ਮੈਟ ਪਤਾ ਲੱਗ ਗਿਆ ਆਪਾਂ ਨੂੰ, ਸੈਕਿੰਡ ਫਾਰਮ ਹੈਗੀ, ਤਾਂ ਕੀ ਹੋ ਜਾਊਗਾ, ਆਈ ਹੈਡ ਮੈਟ, ਇੱਥੇ ਹੈਡ ਹੈ ਨਹੀਂਗਾ, ਕਿਉਂਕਿ ਜੇ ਹੈਡ ਲੱਗਿਆ ਹੁੰਦਾ ਤਾਂ ਆਪਾਂ ਨੂੰ ਪਤਾ ਲੱਗਦਾ ਜੀ ਕੀ ਹੈ ਜੀ, ਪਾਸਟ ਪਰਫੈਕਟ, ਇਸ ਕਰਕੇ ਇੱਥੇ ਕੀ ਲੱਗਿਆ ਇਕੱਲਾ ਆਈ ਮੈਟ, ਇਸ ਕਰਕੇ ਇਹ ਚੀਜ਼ ਕਿ ਇਹ ਵੀ ਰੋਂਗ ਹੋ ਗਿਆ, ਇਹ ਵੀ ਰੋਂਗ ਹੋ ਗਿਆ, ਆਈ ਮੈਟ ਇਹ ਰੋਂਗ ਹੋ ਗਈ। ਤਾਂ ਆਪਣੇ ਕੋਲ ਆਪਸ਼ਨ ਰਹਿ ਗਈ ਇੱਕ ਏ, ਤਾਂ ਜਿਹੜੀ ਏ ਆਪਸ਼ਨ ਹੈ ਤੁਹਾਡੀ, ਇਹੀ ਕੀ ਹੈ ਤੁਹਾਡੀ ਕਰੈਕਟ ਹੈ, ਠੀਕ ਹੈ, ਠੀਕ ਹੈ ਜੀ। ਤਾਂ ਇਹ ਚੀਜ਼ਾਂ ਸੀ, ਤੇ ਹੁਣ ਆਪਾਂ ਗੱਲ ਕਰਾਂਗੇ, ਆ ਦੇਖੋ ਤੁਹਾਨੂੰ ਸਿੰਟੈਕਸ ਦਿਖਾਤਾ, ਉਹੀ ਚੀਜ਼, ਸਿੰਪਲ ਪ੍ਰੈਜ਼ੈਂਟ, ਸਿੰਪਲ ਫਿਊਚਰ ਤੇ ਇੱਕ ਪਾਸਟ, ਇਹ ਚੀਜ਼ਾਂ ਹੋ ਸਕਦੀਆਂ ਨੇ ਜੀ। ਜਦੋਂ ਕਹਿੰਦੇ ਸੇ ਬਿਲ ਸੇ ਹੈ, ਰਿਪੋਰਟਡ ਸਪੀਚ ਕੀ ਚੇਂਜ ਨਹੀਂ ਹੁੰਦੀ, ਠੀਕ ਹੈ। ਜਿੱਥੇ ਸੇ ਬਿਲ ਸੇ ਲੱਗਿਆ ਹੋਇਆ, ਜੇ ਪ੍ਰੈਜ਼ੈਂਟ ਦੇ ਵਿੱਚ ਇੱਥੇ ਸੇ ਲੱਗਿਆ ਹੋਇਆ ਜਾਂ ਬਿਲ ਸੇ ਲੱਗਿਆ ਹੋਇਆ, ਉੱਥੇ ਕਿਹੜੀ ਪਿੱਛੇ ਜਿਹੜੀ ਲਾਈਨ ਲਿਖੀ ਹੈ ਰਿਪੋਰਟਡ ਸਪੀਚ ਹੈ, ਮਤਲਬ ਕਿ
ਆ ਚੀਜ਼ ਲਿਖੀ ਹੈ ਸਾਰੀ ਬਿਲ ਯੂ ਹੈਵ, ਇਹ ਕੀ ਹੈ ਚੇਂਜ ਨਹੀਂ ਹੁੰਦੀ ਜੀ। ਜਿਵੇਂ ਹੀ ਸ਼ੇ, ਠੀਕ ਹੈ ਜੀ, ਜਾਂ ਹੀ ਸ਼ੇ ਕਹਿ ਦੋ, ਸ਼ੀ ਸ਼ੇ ਕਹਿ ਦੋ, ਕੁਝ ਵੀ ਕਹਿ ਸਕਦੇ ਆਪਾਂ ਜੀ। ਇਨਵਰਟਡ ਕੋਮੇ ਰਾਮ ਕਮਸ ਲੇਟ, ਇੱਥੇ ਕੀ ਬਣ ਗਿਆ ਹੀ ਸ਼ੀ ਸੇ ਦੈਟ ਲੱਗੂਗਾ ਲਾ ਕੇ, ਇਕੱਲਾ ਕੀ ਚੇਂਜ ਕਰਾਂਗੇ ਆਪਾਂ ਜੀ, ਇਨਵਰਟਡ ਕੋਮੇ ਨੂੰ ਕੀ ਹਟਾਵਾਂਗੇ ਜੀ, ਓਨਲੀ ਦੈਟ। ਓਕੇ ਜੀ, ਬਾਕੀ ਆਪਾਂ ਕੀਤਾ ਜੀ ਨੋ ਚੇਂਜ ਲਿਖਿਆ ਨਾ, ਜਿੱਥੇ ਸੇ ਅਤੇ ਬਿਲ ਸੇ ਲੱਗਿਆ ਹੋਵੇ ਉੱਥੇ ਆਪਾਂ ਕੀ ਕਰਾਂਗੇ ਜੀ, ਨੋ ਚੇਂਜ ਕਰਾਂਗੇ। ਇਸ ਕਰਕੇ ਸੇਜ਼ ਦੈਟ ਰਾਮਸ ਕਮਸ ਲੇਟ। ਠੀਕ ਹੈ, ਇੱਕ ਹੋਰ ਦੇਖੋ ਕਿਹੜੀ ਜਗ੍ਹਾ ਤੇ ਨਹੀਂ ਚੇਂਜ ਹੋਣੀ, ਆਪਣੀ ਜਿਹੜੀ ਰਿਪੋਰਟਡ ਸਪੀਚ ਹੈ ਹੋਰ ਕਿੱਥੇ ਨਹੀਂ ਚੇਂਜ ਹੁੰਦੀ। ਜਿਵੇਂ ਕਮਸ, ਆਪਣੇ ਰਾਮ ਕਮਸ ਲੇਟ ਆਪਾਂ ਦੱਸਤਾ ਕਿ ਸੇ ਅਤੇ ਬਿਲ ਸੇ ਦੇ ਵਿੱਚ ਹੋਵੇ ਤਾਂ ਵੀ ਚੇਂਜ ਹੁੰਦੀ। ਇੱਕ ਕਿੱਥੇ ਹੁੰਦੀ, ਯੂਨੀਵਰਸਲ ਟਰੁੱਥ ਹੋਵੇ, ਮਤਲਬ ਕਿ ਦ ਸਨ ਰਾਈਜ਼ ਇਨ ਦਾ ਈਸਟ, ਠੀਕ ਹੈ ਜੀ, ਸੂਰਜ ਕਿੱਧਰੋਂ ਨਿਕਲਦਾ ਜੀ, ਈਸਟ, ਪੂਰਬ ਵੱਲੋਂ ਨਾ, ਤਾਂ ਉੱਥੇ ਇਕੱਲਾ ਕੀ ਲੱਗੂ, ਦੈਟ ਓਨਲੀ। ਜੇ ਸਾਇੰਟੀਫਿਕ ਫੈਕਟ ਹੈ ਜੀ, ਮਤਲਬ 4+4, ਜਿਵੇਂ ਹੀ ਸੇ ਕੋਮਾ 4+4 ਇਜ਼ 8, ਤਾਂ ਇੱਥੇ ਕੀ ਲੱਗੂ, ਦੈਟ ਓਨਲੀ, ਕਿਉਂਕਿ ਸਾਇੰਟੀਫਿਕ ਫੈਕਟ ਹੈ। ਹਿਸਟੋਰੀਕਲ ਫੈਕਟ ਹੋ ਸਕਦਾ ਹੈ, ਪ੍ਰੋਵਰਬ ਹੋ ਸਕਦੀ, ਕਿਸੇ ਨੂੰ ਨਸੀਹਤ ਦੇ ਦਿੰਦਾ ਹੋਵੇ ਕੋਈ, ਠੀਕ ਹੈ ਜੀ। ਹੈਬਚੁਅਲ ਤੁਹਾਡੀ ਕੋਈ ਹੈਬਚੁਅਲ ਡੇਲੀ ਦੀ ਰੂਟੀਨ ਵਰਕ ਹੈ, ਉਹਨੂੰ ਆਪਾਂ ਕੀ ਚੇਂਜ ਨਹੀਂ ਕਰਾਂਗੇ। ਜਿਵੇਂ ਇਹਨਾਂ ਲਿਖਿਆ, ਠੀਕ ਹੈ, ਹੀ ਸੈਡ ਕੋਮਾ ਸਨਰਾਈਜ਼ ਇਨ ਦਾ ਈਸਟ, ਕੀ ਲੱਗਿਆ ਇਕੱਲਾ ਹੀ ਦੈਟ, ਕਿਉਂਕਿ ਇਹ ਯੂਨੀਵਰਸਲ ਟਰੁੱਥ ਹੈ, ਕਿਉਂਕਿ ਜਿਹੜਾ ਸਨ ਹੈ ਉਹ ਹੁਣ ਵੀ ਨਿਕਲਦਾ ਹੈ, ਅੱਜ ਵੀ ਨਿਕਲੂ, ਕੱਲ ਵੀ ਨਿਕਲੂਗਾ, ਈਸਟ ਦੇ ਵਿੱਚ ਹੀ ਨਿਕਲਦਾ ਉਹ, ਠੀਕ ਹੈ। ਇਹ ਕੀ ਆਪਣਾ ਯੂਨੀਵਰਸਲ ਟਰੁੱਥ ਹੈ, ਠੀਕ ਹੈ। ਹੁਣ ਆ ਗਏ ਇੰਪੈਰੇਟਿਵ। ਇੰਪੈਰੇਟਿਵ ਤੁਹਾਨੂੰ ਕੱਲ ਐਕਟਿਵ ਪੈਸਿਵ ਵੌਇਸ ਵਿੱਚ ਦੱਸਿਆ ਸੀ, ਜਿੱਥੇ ਆਪਾਂ ਆਰਡਰ ਦੀ ਗੱਲ ਕਰੀਏ, ਕਿਸੇ ਨੂੰ ਕਮਾਂਡ ਦਈਏ, ਰਿਕੁਐਸਟ ਕਰੀਏ, ਐਡਵਾਈਸ ਦਈਏ ਜਾਂ ਸੁਜੈਸਟ ਕਰੀਏ ਆਪਾਂ, ਠੀਕ ਹੈ, ਜਾਂ ਕਿਸੇ ਨੂੰ ਆਪਣੇ ਕਿਸੇ ਚੀਜ਼ ਤੋਂ ਰੋਕਣਾ ਹੋਵੇ, ਫੋਰਬਿਡ ਕਰ ਲਈਏ, ਠੀਕ ਹੈ, ਕਿਸੇ ਚੀਜ਼ ਤੋਂ ਮਨਾ ਕਰਨਾ ਹੋਵੇ, ਠੀਕ ਹੈ, ਉੱਥੇ ਆਪਾਂ ਕਿਸ ਤਰ੍ਹਾਂ ਆਪਾਂ ਇਹਨੂੰ ਚੇਂਜ ਕਰਾਂਗੇ। ਦੇਖੋ ਜੀ, ਰਿਪੋਰਟਿੰਗ ਵਰਬ ਤੁਹਾਨੂੰ ਪਤਾ ਇਹ ਚੀਜ਼ ਹੋਊਗੀ, ਇਨਵਰਟਡ ਕੋਮੇ ਕਾਹ 'ਚ ਚੇਂਜ ਹੋਣਗੇ, ਇੱਥੇ ਜੀ ਟੂ 'ਚ, ਜਿਵੇਂ ਇੰਟੈਰੋਗੇਟਿਵ 'ਚ ਇਫ ਤੇ ਵੈਦਰ ਨਾਲ ਹੁੰਦੇ ਨੇ, ਠੀਕ ਹੈ ਜੀ। ਸਿੰਪਲ ਦੇ ਵਿੱਚ ਕੀ ਹੁੰਦਾ, ਦੈਟ ਲੱਗਦਾ ਹੈ, ਬਟ ਇੰਪੈਰੇਟਿਵ 'ਚ ਕੀ ਚੇਂਜ ਹੋਊਗਾ ਜੀ, ਉਹ ਟੂ, TO2, ਠੀਕ ਹੈ। ਜੇ ਰਿਪੋਰਟਿੰਗ ਵਰਬ ਕੀ ਹੈ ਜੀ, ਸੇ ਸੈਡ ਹੈ, ਠੀਕ ਹੈ, ਉਹਨੂੰ ਕੀ ਚੇਂਜ ਕਰਾਂਗੇ, ਆਰਡਰ, ਰਿਕੁਐਸਟਡ, ਐਡਵਾਈਸ ਹੈ ਤਾਂ ਐਡਵਾਈਸ ਨੂੰ ਕਰਾਂਗੇ ਚੇਂਜ, ਫੋਰਵਰਡ ਤਾਂ ਫੋਰਵਰਡ। ਜਿਵੇਂ ਐਗਜ਼ਾਮਪਲ ਦੇਖੋ ਜੀ, ਦੋਸ਼ੀ ਕੀ ਹੈ ਜੀ, ਸੈਡ ਟੂ ਹਿਜ ਵਾਈਫ, ਜਿਹੜਾ ਦੋਸ਼ੀ ਆਈ ਜਾਂ ਕਿਸੇ ਦਾ ਨਾਮ ਲਿਖ ਲਓ, ਸੈਡ ਟੂ ਹਿਜ ਵਾਈਫ, ਪਲੀਜ਼ ਮਤਲਬ ਰਿਕੁਐਸਟ ਕੀਤੀ ਹੈ ਨਾ, ਸਿਲੈਕਟ ਵਨ ਆਫ ਦੀਜ਼ ਨੈਕਲਸ, ਕਿ ਇਹਨਾਂ ਨੈਕਲਸ ਦੇ ਵਿੱਚੋਂ ਕੀ ਕਰਨਾ ਜੀ,